मेरा सतगुरु प्रीतम प्यारा, मैं भूल गई नाम तुम्हारा। मेरा सतगुरु प्रीतम प्यारा, मैं भूल गई नाम तुम्हारा। परम पिता परमात्मा सावन कृपाल ਦੇ ਚਰਨਾਂ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਸਾਡੇ ਗਰੀਬ ਆਤਮਾ ਤੇ ਰਹਿਮ ਕੀਤਾ, ਦਇਆ ਕੀਤੀ, ਆਪ ਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਗੁਰੂ ਨਾਨਕ ਨੇ ਕਿਹਾ, ਕਿਤ ਮੁਖ ਗੁਰੂ ਸਲਾਹੀਏ, ਗੁਰੂ ਕਰਨ ਕਾਰਨ ਸਮਰੱਥ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ ਕਿ ਬਾਹਰੀ ਤੌਰ ਤੇ ਅਗਰ ਗੁਰੂ ਸਾਡੀ ਗਲਤੀ ਦੱਸੇ, ਹਾਲਾਂਕਿ ਉਹਦਾ ਫਰਜ਼ ਹੁੰਦਾ ਹੈ, ਸੇਵਕ ਦਾ ਧਰਮ ਹੁੰਦਾ ਹੈ ਉਸ ਨੂੰ ਮੰਨਣਾ, ਪਰ ਅਸੀਂ ਅੱਗੋਂ ਚਿੜਚਿੜ ਕਰਦੇ ਹਾਂ ਕਿ ਜੀ ਸਾਡਾ ਨੁਕਸ ਸਾਨੂੰ ਦੱਸਿਆ ਕਿਉਂ ਹੈ। ਲੇਕਿਨ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ, ਜਿਨ੍ਹਾਂ ਨੂੰ ਸਮਝ ਆਈ ਹੈ, ਜਿਨ੍ਹਾਂ ਨੇ ਸੱਚਾਈ ਨੂੰ ਅੱਖਾਂ ਨਾਲ ਦੇਖ ਲਿਆ ਹੈ, ਉਹ ਇਹੀ ਕਹਿੰਦੇ ਆ ਕਿ ਐਸਾ ਸਾਡਾ ਮੂੰਹ ਹੀ ਹੈ ਨਹੀਂ ਜਿਹਦੇ ਨਾਲ ਅਸੀਂ ਉਸ ਦੀ ਮਹਿਮਾ ਕਰ ਸਕੀਏ। ਸੋਚ ਕੇ ਦੇਖੋ ਕਿ ਜਿਹੜਾ ਕਰਨ ਕਾਰਨ ਹੈ, ਕਣ ਕਣ ਦੇ ਵਿੱਚ ਵਿਆਪਕ ਹੈ, ਉਹਦੀ ਕੀ ਮਹਿਮਾ ਕਰਾਂਗੇ। ਜਿਹਦੇ ਹੱਥ ਵਿੱਚ ਸਾਡੀ ਮੌਤ ਪਦੈਸ਼ ਹੈ, ਉਹਦੀ ਕੀ ਮਹਿਮਾ ਕਰਾਂਗੇ। ਲੇਕਿਨ ਸਾਡਾ ਜਿਹੜਾ ਮਨ ਹੈ ਇਹ ਬੜਾ ਹੀ ਇਸ ਕਿਸਮ ਦਾ ਹੈ। ਸੰਤ ਇੱਕ ਭਰਮ ਕੱਢਦੇ ਹੈ 20-25, ਅਸੀਂ ਹੋਰ ਪਾ ਕੇ ਬੈਠ ਜਾਂਦੇ ਹਾਂ। ਸੋ ਮਨ ਕਦ ਇਹ ਸਾਨੂੰ ਵਿਸ਼ਵਾਸ ਆਉਣ ਦਿੰਦਾ ਹੈ ਕਿ ਇੱਕ ਬੰਦੇ ਦੀ ਸ਼ਕਲ ਵਿੱਚ ਉਹ ਭਗਵਾਨ ਹੋ ਸਕਦਾ ਹੈ। ਲੇਕਿਨ ਪਿਆਰਿਓ, ਸੰਤਾਂ ਦਾ ਕਿਹਾ ਵੀ ਗਲਤ ਨਹੀਂ। ਆ ਜਗਾਤ ਤੋਂ ਜੋ ਵੀ ਮਹਾਤਮਾ ਜਿਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ, ਉਹ ਹਮੇਸ਼ਾ ਹੀ ਕਹਿੰਦੇ ਆਏ ਹੈ ਕਿ ਰਾਮ ਔਰ ਸੰਤ ਦੇ ਵਿੱਚ ਕੋਈ ਭੇਦ ਨਹੀਂ। ਗੁਰੂ ਅਰਜਨ ਦੇਵ ਨੇ ਕਿਹਾ, ਸਾਧ ਰੂਪ ਆਪਣਾ ਤਨ ਧਾਰਿਆ। ਜਦ ਵੀ ਉਹ ਜੀਵਾਂ ਨੂੰ ਰੋਸ਼ਨੀ ਦਿੰਦਾ ਹੈ, ਆਪ ਦਾ ਪਿਆਰ ਬਖਸ਼ਦਾ ਹੈ, ਆਪ ਦੇ ਨਾਲ ਮਿਲਣ ਦਾ ਮੌਕਾ ਦਿੰਦਾ ਹੈ, ਇਹ ਆਦ ਜਗਾਤ ਤੋਂ ਹੀ ਤੁਰਿਆ ਆਉਂਦਾ ਹੈ। ਉਹ ਕਿਸੇ ਨਾ ਕਿਸੇ ਆਪਣੇ ਪਿਆਰੇ ਬੱਚੇ ਅੰਦਰ ਆਪਣੀ ਤਾਕਤ, ਆਪਣੀ ਪਾਵਰ, ਆਪਣਾ ਪਰਵਾਨਾ ਦੇ ਕੇ ਉਸ ਨੂੰ ਭੇਜਦਾ ਹੈ, ਤਾਕਤ ਰੱਖਦਾ ਹੈ। ਲੇਕਿਨ ਮਹਾਰਾਜ ਸਾਵਣ ਸਿੰਘ ਇਹ ਕਹਿੰਦੇ ਹੁੰਦੇ ਸੀਗੇ ਕਿ ਮੈਂ ਉਸ ਨੂੰ ਤਾਕਤ ਵੀ ਨਹੀਂ ਕਹਿ ਸਕਦਾ, ਕਿਉਂਕਿ ਤਾਕਤ ਵੀ ਜਿਹੜੀ ਪਾਵਰ ਹੈ, ਅਸੀਂ ਉਸ ਦਾ ਅੰਦਾਜ਼ਾ ਲਾਉਂਦੇ ਹਾਂ, ਅਸੀਂ ਉਸ ਨੂੰ ਕਿਸੇ ਪੈਮਾਨੇ ਵਿੱਚ, ਜੋਖ ਵਿੱਚ, ਨਾਪ ਤੋਲ ਵਿੱਚ ਲੈ ਆਉਂਦੇ ਹਾਂ। ਲੇਕਿਨ ਉਹ ਜੋ ਹੈ ਸੋ ਹੈ, ਜਿਹੜਾ ਦੇਖਦਾ ਹੈ ਉਹ ਹੀ ਉਹਦਾ ਹੋ ਜਾਂਦਾ ਹੈ। ਕਬੀਰ ਸਾਹਿਬ ਨੇ ਕਿਹਾ, ਸਾਰੀ ਸਿਰਜਣਹਾਰ ਦੀ ਜਾਣੇ ਨਾ ਹੀ ਕੋਈ। ਜੋ ਉਹਦੀ ਕਲਾ ਹੈ, ਜੋ ਉਹਦੀ ਕੁਦਰਤ ਹੈ, ਜੋ ਉਹਦਾ ਵਿਧਾਨ ਬਣਿਆ ਹੋਇਆ ਹੈ, ਜਿਹੜੇ ਆਪਣੇ ਆਪ ਹੀ ਅਟੱਲ ਹਨ, ਚੱਲਦੇ ਰਹਿੰਦੇ ਹਨ, ਕਹਿਣ ਲੱਗੇ ਉਸ ਨੂੰ ਸਮਝਣਾ ਬੜਾ ਮੁਸ਼ਕਿਲ ਹੈ। ਸੱਚ ਤਾਂ ਇਹ ਹੈ, ਅਸੀਂ ਸਮਝ ਹੀ ਨਹੀਂ ਸਕਦੇਗੇ। ਆਪ ਕਹਿੰਦੇ, ਸਾਰੀ ਸਿਰਜਣਹਾਰ ਕੀ ਜਾਣੇ ਨਾ ਹੀ ਕੋਏ, ਕਹਿ ਜਾਣਾ ਆਪਨ ਤਨੀ। ਜਾਂ ਤਾਂ ਜਿਸਨੇ ਵਿਧਾਨ ਬਣਾਏ ਹੈ, ਸੰਸਾਰ ਦੀ ਉਤਪਤੀ ਕੀਤੀ ਹੈ, ਜਾਂ ਜਾਣਾ ਆਪਨ ਧਨੀ ਤੇ ਜਾਂ ਦਾਸ ਦਵਾਨੀ ਹੋਈ। ਜਾਂ ਉਹਦੇ ਪਿਆਰੇ ਬੱਚੇ ਇਸ ਨੂੰ ਜਾਣਦੇ ਹੈ, ਸਮਝਦੇ ਹੈ। ਲੇਕਿਨ ਤੁਸੀਂ ਕੱਲ ਸ਼ਬਦ ਦੇ ਵਿੱਚ ਪੜ੍ਹਿਆ ਸੀਗਾ ਕਿ ਆਪੋ ਆਪਣੀ ਨਜ਼ਰ ਹੈ ਦੇਖਣ ਦੀ। ਕਈ ਉਸ ਨੂੰ ਇਨਸਾਨ ਸਮਝਦੇ ਹੈ, ਜਿਹੜੇ ਅੰਦਰ ਜਾਂਦੇ ਹੈ ਉਹ ਕੁਛ ਹੋਰ ਵੀ ਸਮਝਦੇ ਹੈ। ਇਸ ਵਾਸਤੇ ਇਹ ਆਪੋ ਆਪਣੀ ਨਜ਼ਰ ਹੈ, ਆਪੋ ਆਪਣੀ ਤੱਕਣੀ ਹੈ, ਆਪੋ ਆਪਣੀ ਸਮਝ ਹੈ ਕਿ ਜਿੱਥੋਂ ਤੱਕ ਅਸੀਂ ਜਾਵਾਂਗੇ ਉੱਥੋਂ ਤੱਕ ਹੀ ਅਸੀਂ ਉਸ ਨੂੰ ਸਮਝ ਸਕਦੇ ਹਾਂ। ਮੈਂ ਜਦ ਪਹਿਲੇ ਟੂਰ ਤੇ ਗਿਆ ਅਮਰੀਕਾ ਅੰਦਰ, ਮੈਂ ਸ਼ੁਰੂ ਵਿੱਚ ਗਿਆ ਹਾਂ। ਇਸ ਤੋਂ ਬਾਅਦ ਹੀ ਵਿਸ਼ਵ ਦੇ ਅੰਦਰ ਮੈਂ ਉੱਥੋਂ ਅਮਰੀਕਾ ਤੋਂ ਹੀ ਅੱਗੇ 4 ਮਹੀਨੇ ਦਾ ਟੂਰ ਕੀਤਾ। ਉਸ ਵੇਲੇ
ਆਮ ਤੌਰ ਤੇ ਇਤਨੀ ਮਹਾਨਤਾ ਦਾ ਮਹਾਰਾਜ ਦੀ ਦਾ ਬਹੁਤ ਵਿਰਲੇ ਆਦਮੀਆਂ ਨੂੰ ਪਤਾ ਸੀਗਾ। ਇਹ ਜ਼ਰੂਰ ਸਮਝਦੇ ਸੀ ਕਿ ਮਹਾਨ ਗੁਰੂ ਹੈ, ਇਹ ਮਹਾਨ ਹੈ। ਲੇਕਿਨ ਜੋ ਮਹਾਰਾਜ ਕਹਿੰਦੇ ਹੁੰਦੇ ਸੀ, ਗੁਰੂ ਬਤਾਵੇ ਸਾਧ ਕੋ, ਸਾਧ ਕਹੇ ਗੁਰ ਪੂਜ, ਅਰਸ ਪਰਸ ਕੇ ਮੇਲ ਕੇ ਭਏ ਅਗਮ ਕੀ ਸੂਝ। ਗੁਰੂ ਕਹਿੰਦਾ ਹੈ ਕਿ ਤੁਸੀਂ ਮੇਰੇ ਪਿਆਰੇ, ਜੋ ਸਾਧਨਾ ਕਰਕੇ ਸਾਧ ਬਣ ਗਿਆ ਹੈ, ਪਾਰਬੰਦ ਵਿੱਚ ਪਹੁੰਚ ਗਿਆ ਹੈ, ਤੁਸੀਂ ਉਸ ਨੂੰ ਮਿਲੋ। ਉਹ ਦੱਸੇਗਾ ਕਿ ਉਹ ਕੀ ਤਾਕਤ ਹੈ। ਉਹਦੇ ਨਾਲ ਮੇਲ ਕਰਕੇ ਅਸੀਂ ਵੀ ਉਸ ਅਗਮ, ਜਿਸ ਦੀ ਅਸੀਂ ਅਗਮਤਾ ਨੂੰ ਲੱਖ ਨਹੀਂ ਸਕਦੇ, ਸਮਝ ਸਕਦੇ ਹਾਂ। ਉਹੀ ਲੋਕ ਪੱਛਮ ਦੇ ਪਿਆਰ ਨਾਲ ਥੋੜ੍ਹੇ ਜਿਹੇ ਦਿਨਾਂ ਬਾਅਦ ਹੀ ਭੁੱਬਾਂ ਮਾਰ ਕੇ ਰੋਣ ਲੱਗੇ ਕਿ ਸਾਨੂੰ ਨਹੀਂ ਪਤਾ ਸੀਗਾ ਕਿ ਪਰਮ ਪਿਤਾ ਕਿਰਪਾਲ ਕੀ ਤਾਕਤ ਸੀ, ਉਹ ਸਾਨੂੰ ਕੀ ਦੇਣਾ ਚਾਹੁੰਦਾ ਸੀਗਾ। ਅਸੀਂ ਕਿੰਨੇ ਭੁੱਲੜ ਸਨ ਕਿ ਜਿਨ੍ਹਾਂ ਨੇ ਉਸ ਨੂੰ ਸਮਝਣ ਵਿੱਚ ਅਸਮਰੱਥ ਰਹੇ। ਅੱਜ ਕੋਈ ਐਸੀ ਜਗ੍ਹਾ ਨਹੀਂ, ਕੋਈ ਪਹਾੜ ਐਸਾ ਨਹੀਂ, ਸਮੁੰਦਰ ਦੀ ਤਹਿ ਐਸੀ ਨਹੀਂ ਜਿੱਥੇ ਬੜੇ ਪਿਆਰ ਨਾਲ, ਹਾਲਾਂਕਿ ਇਹ ਪੰਜਾਬੀ ਦੇ ਭਜਨ ਹੈ, ਹਰ ਪੱਛਮ ਦਾ ਆਦਮੀ ਇਹਨਾਂ ਨੂੰ ਜਵਾਨਾਂ ਤੇ ਕਹਾਵਤਾਂ ਬਣਾ ਕੇ ਬੋਲ ਰਹੇ ਹੈ। ਬਹੁਤ ਸਾਰੇ ਪੱਤਰਾਂ ਦੇ ਅੰਦਰ ਇਹਨਾਂ ਦੀਆਂ ਤੁਕਾਂ ਲਿਖਦੇ ਹੈ। ਜਿਵੇਂ ਆਪਾਂ ਆਮ ਕਹਾਵਤਾਂ ਪਾਉਂਦੇ ਹੈ, ਇਸੇ ਤਰ੍ਹਾਂ ਹੀ ਪਾਉਂਦੇ ਹੈ। ਬਹੁਤ ਸਾਰੇ ਭਜਨ ਇਹਨਾਂ ਦੇ ਵਿੱਚੋਂ ਮਹਾਰਾਜ ਕਿਰਪਾਲ ਨੇ ਬੜੇ ਪਿਆਰ ਨਾਲ ਸੁਣੇ ਹੈ। ਆ ਜਿਹੜਾ ਹੁਣ ਭਜਨ ਬੋਲਦੇ ਸੀਗੇ, ਮੇਰੇ ਸਤਿਗੁਰ ਪ੍ਰੀਤਮ ਪਿਆਰਾ, ਮੈਂ ਭੁੱਲ ਗਈ ਨਾਮ ਤੁਮਾਰਾ, ਇਹ ਹਰਬੰਸ ਨੂੰ ਕਈ ਵਾਰੀ ਮਹਾਰਾਜ ਕਿਰਪਾਲ ਦੇ ਅੱਗੇ ਬੋਲਣ ਦਾ ਮੌਕਾ ਮਿਲਿਆ। ਸੱਚ ਤਾਂ ਇਹ ਸੀ ਕਿ ਉਹ ਇਤਨੇ ਖੁਸ਼ ਹੁੰਦੇ ਸੀ ਕਿ ਸਾਥ ਸਿਰ ਵੀ ਹਿਲਾਉਂਦੇ, ਉਂਗਲੀ ਵੀ ਮਾਰਦੇ ਸੀਗੇ। ਕਿਉਂਕਿ ਇਹਨਾਂ ਦੇ ਵਿੱਚ ਬਿਰੇ ਹੁੰਦੀ ਹੈ, ਤੜਫ ਹੁੰਦੀ ਹੈ। ਲੇਕਿਨ ਜਿਹੜਾ ਉਸ ਨੂੰ ਸਮਝਦਾ ਹੈ, ਉਹ ਦੀਵਾਨਾ ਕਹਿ ਲੋ, ਉਹਨੂੰ ਮਸਤ ਕਹਿ ਲੋ। ਤੁਹਾਡੇ ਕੋਲੇ 10 ਰੁਪਏ ਹੋਣਗੇ, ਤੁਸੀਂ ਉਹਦਾ ਕਿਸੇ ਨੂੰ ਭੇਜ ਦਿਓਗੇ ਬਈ? ਅਗਰ ਦਿਓਗੇ, ਥੋੜੇ ਚਿਰ ਬਾਅਦ ਦੇਖੋਗੇ ਤੁਹਾਡੇ ਪਾਸ ਨਹੀਂ ਹੋਣਗੇ, ਕੋਈ ਨਾ ਕੋਈ ਉਸ ਨੂੰ ਤੁਹਾਥੋਂ ਛੀਨ ਲੇਗਾ, ਠੱਗ ਲੇਗਾ। ਇਸੇ ਤਰ੍ਹਾਂ ਇਹ ਦੁਨੀਆ ਜਿਹੜੀ ਹੈ, ਇਹ ਠੱਗਾਂ ਦੀ ਹੁੰਦੀ ਹੈ। ਤੋ ਸੰਤ ਆ ਕੇ ਆਪਣੇ ਗੁਣਾਂ ਦਾ ਮੁਜ਼ਾਹਰਾ ਨਹੀਂ ਕਰਦੇ ਗੇ, ਉਹ ਬੜੇ ਛੋਟੇ ਜਿਹੇ ਜੀਵਨ ਬਤੀਤ ਕਰਦੇ ਹੈ। ਸੱਚ ਤਾਂ ਇਹ ਹੈ, ਜਦ ਕਿਤੇ ਪਿਆਰ ਵਿੱਚ ਆਉਂਦੇ ਹੈ, ਉਹ ਉਛਲ ਵੀ ਖੜਦੇ ਹੈ। ਪਰ ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ, ਇੱਕ ਅਮੀਰ ਆਦਮੀ ਕਿੰਨਿਆਂ ਕੋ ਅਮੀਰ ਬਣਾ ਸਕਦਾ ਹੈ? ਇੱਕ ਦੋ ਨੂੰ ਬਣਾ ਸਕਦਾ ਹੈ। ਜੋ ਉਹਨਾਂ ਦੇ ਹੁਕਮ ਦੀ ਪਾਲਣਾ ਕਰਦਾ ਹੈ, ਉਹਨਾਂ ਦਾ ਹੋ ਜਾਂਦਾ ਹੈ। ਉਹਦੇ ਅੰਦਰੋਂ ਆਪਣੀਆਂ ਬਰਕਤਾਂ ਲੈ ਕੇ ਬੈਠ ਜਾਂਦੇ ਹੈ। ਇਹ ਇੱਕ ਸਚਾਈ ਹੈ। ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਇਹ ਲਿਖਣ ਪੜ੍ਹਨ ਦਾ ਮਜਬੂਨ ਨਹੀਂ, ਲਿਖਾ ਪੜ੍ਹਾਈ ਸਾਡੀ ਜਾਇਦਾਦਾਂ ਦੀ ਹੁੰਦੀ ਹੈ, ਘਰ-ਬਾਰ ਦੀ ਹੁੰਦੀ ਹੈ। ਰੂਹਾਨੀਅਤ ਦੀ ਮਹਾਰਾਜ ਨੇ 25 ਸਾਲ ਹੋਕਾ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਤਾਕਤ ਕਿਸੇ ਸਮਾਜ ਨਾਲ ਨਹੀਂ ਬੱਝੀ ਹੋਈ, ਕਿਸੇ ਫੈਮਿਲੀ ਨਾਲ ਨਹੀਂ ਬੱਝੀ ਹੋਈ, ਕਿਸੇ ਫਿਰਕੇ ਨਾਲ ਨਹੀਂ ਬੱਝੀ ਹੋਈ। ਇਹ ਸਿਰਫ ਪ੍ਰੇਮੀ ਦੇ ਹਿਰਦੇ ਨਾਲ ਹੀ ਬੱਝੀ ਹੋਈ ਹੈ, ਜਿਹੜਾ ਉਸ ਵਾਸਤੇ ਜਗ੍ਹਾ ਬਣਾ ਲੈਂਦਾ ਹੈ, ਚਾਹੇ ਉਹ ਪੜ੍ਹਿਆ ਹੈ, ਚਾਹੇ ਅਣਪੜ੍ਹਿਆ ਹੈ, ਚਾਹੇ ਉਹ ਬਾਲ ਹੈ, ਚਾਹੇ ਉਹ ਬੁੱਢਾ ਹੈ। ਗੁਰੂ ਨਾਨਕ ਕਹਿੰਦੇ ਹੈ, ਪੜ੍ਹਿਆ ਹੋਵੇ ਗੁਨਾਹਗਾਰ ਤੇ ਉਮੀ ਸਾਧਨਾ ਮਾਰੀਐ, ਯੇਹਾ ਘਾਲੇ ਘਾਲਣਾ ਤੇ ਤੇਹੋ ਨੌ ਪਚਾਰੀਐ, ਪੜ੍ਹਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ। ਅਗਰ ਪੜ੍ਹਿਆ ਲਿਖਿਆ ਗਲਤੀ ਕਰਦਾ ਹੈ ਤੇ ਉਹਦੇ ਥਾਂ ਅਗਰ ਇੱਕ ਅਨਪੜ੍ਹ ਸਾਧੂ ਹੈ, ਉਹ ਸਾਧਨਾ ਕਰਦਾ ਹੈ, ਉਸ ਨੂੰ ਸਜ਼ਾ ਨਹੀਂ ਮਿਲੇਗੀ। ਪੜ੍ਹੇ ਔਰ ਅਨਪੜ੍ਹੇ ਦਾ ਵਿਚਾਰ ਗੁਰੂ ਨਾਨਕ ਕਹਿੰਦੇ ਉਹ ਦਰਗਾਹ ਦੇ ਵਿੱਚ ਜਾ ਕੇ ਹੁੰਦਾ ਹੈ। ਪੜ੍ਹਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ, ਮੂੰਹ ਚੱਲੈ ਸੋ ਅੱਗੇ ਮਾਰੀਐ। ਸੱਚ ਤਾਂ ਇਹ ਹੈ, ਜੇ ਅਸੀਂ ਪੜ੍ਹ ਲਿਖ ਕੇ ਖੁਦ ਗਲਤੀ ਕਰਦੇ ਹਾਂ, ਤੁਸੀਂ ਦੇਖ ਲਓ, ਜਿਹੜਾ ਕੋਈ ਕਾਨੂੰਨ ਦਾ ਜਾਣਕਾਰ ਹੈ
ਉਸ ਨੂੰ ਸਜ਼ਾ ਜ਼ਿਆਦਾ ਮਿਲਦੀ ਹੈ। ਮੈਂ ਆਰਮੀ 'ਚ ਰਿਹਾ ਹੈ, ਸ਼ੁਰੂ 'ਚ ਜਦ ਤੱਕ ਉਹ ਆਪਣੀ ਰੰਗੂਠੀ ਪਾਸ ਨਾ ਕਰੇ ਉਸ ਦੀ ਗਲਤੀ ਮਾਫ ਹੁੰਦੀ ਸੀ ਕਿ ਇਸ ਨੂੰ ਗਿਆਨ ਨਹੀਂ ਗਾ। ਜਦ ਉਹ ਪਾਸ ਹੋ ਜਾਂਦਾ ਸੀ, ਕਸਮ ਚੁੱਕ ਲੈਂਦਾ ਸੀਗਾ, ਉਹ ਪੂਰਾ ਸਿਪਾਹੀ ਬਣ ਜਾਂਦਾ ਸੀਗਾ, ਤਾਂ ਪਿਆਰਿਓ ਫਿਰ ਉਹਨੂੰ ਕੋਈ ਮਾਫੀ ਨਹੀਂ ਦਿੰਦਾ ਸੀਗਾ। ਕਿਉਂ ਬਈ, ਤੈਨੂੰ ਹਰ ਕਾਨੂੰਨ ਦਾ ਵਾਕਫ ਨਹੀਂ ਕੀਤਾ। ਇਸੇ ਤਰ੍ਹਾਂ ਹੀ ਅਸੀਂ ਜਿਹੜੇ ਸਤਸੰਗੀ, ਜਿਹੜੇ ਵਾਕਫ ਹੈ ਕਿ ਹਰ ਗਲਤੀ ਦਾ ਸਾਨੂੰ ਖੁਦ ਹੀ ਭੁਗਤਾਨ ਕਰਨਾ ਪਏਗਾ, ਤੁਸੀਂ ਦੇਖੋ ਕਿਹੜਾ ਮੂੰਹ ਲੈ ਕੇ ਬਈ ਉਸ ਗੁਰੂ ਕੋਲੇ ਜਾਵਾਂਗੇ। ਕੀ ਕਵਾਂਗੇ? ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਬੜੇ ਪਿਆਰ ਦੇ ਨਾਲ ਆ ਕੇ ਦੱਸਦੇ ਹੈ ਕਿ ਪਿਆਰਿਓ, ਵਕਤ ਦੀ ਕਦਰ ਕਰੋ। ਜੋ ਵਕਤ ਤੁਹਾਨੂੰ ਮਿਲਿਆ ਹੈ, ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਦਰਿਆ ਦੀ ਲਹਿਰ ਵਕਤ ਕਿਸੇ ਦੀ ਇੰਤਜ਼ਾਰ ਨਹੀਂ ਕਰਦਾਗਾ। ਨਦੀਆਂ ਦਾ ਪਾਣੀ, ਪਿੱਛੋਂ ਇੱਕ ਨਦੀ ਆ ਰਹੀ ਸੀ, ਅੱਗੋਂ ਦੋ ਬਣ ਰਹੀਆਂ ਸੀ। ਗੁਰੂ ਨਾਨਕ ਨੇ ਸ਼ਬਦ ਲਿਖਿਆ ਉੱਥੇ, ਕਿਉਂਕਿ ਆਮ ਦ੍ਰਿਸ਼ਾਂ ਤੋਂ ਹੀ ਸੰਤ ਜਦੋਂ ਉਹਨਾਂ ਦੀ ਨਿਗਾਹ 'ਚ ਕੋਈ ਆਉਂਦਾ ਹੈ ਦ੍ਰਿਸ਼ ਐਸਾ, ਉਸ ਦਾ ਨਿਸ਼ਾਨਾ ਰੱਖ ਕੇ ਉਹ ਕੋਈ ਨਾ ਕੋਈ ਆਪਣਾ ਸ਼ਬਦ ਉਚਾਰਦੇ ਹੈ, ਆਪਣੀ ਕਵਿਤਾ ਉਚਾਰਦੇ ਹੈ। ਤੋ ਦੇਖ ਕੇ ਉਹਨਾਂ ਦੇ ਹਿਰਦੇ ਵਿੱਚ ਬੜਾ ਹੀ ਦ੍ਰਿਸ਼ ਆਇਆ ਕਿ ਨਦੀਆਂ ਵਾਹੇ ਵਿਛੋਨਿਆ ਮੇਲਾ ਸੰਜੋਗੀ ਰਾਮ। ਵੀ ਆਹ ਜਿਹੜਾ ਪਾਣੀ ਅਲੱਗ ਅਲੱਗ ਜਾ ਰਿਹਾ ਹੈ, ਇਹਦਾ ਫੇਰ ਮਿਲਣਾ ਮੁਸ਼ਕਲ ਹੈ। ਕਾਦੇ ਸਮੁੰਦਰ 'ਚ ਗਿਆ, ਕਦ ਬਖਾਰਤ ਬਣ ਕੇ ਉੱਡਿਆ, ਪਹਾੜਾਂ ਤੇ ਬਾਰਿਸ਼ ਹੋਈ, ਫੇਰ ਆਇਆ, ਫਿਰ ਪਤਾ ਨਹੀਂ ਉਹ ਕਿਹੜੇ ਨਦੀ ਨਾਲੇ 'ਚ ਚਲਿਆ ਜਾਏਗਾ। ਕੋਈ ਇਹ ਜ਼ਰੂਰੀ ਨਹੀਂ ਕਿ ਉਸੇ 'ਚ ਹੀ ਆ ਜਾਏਗਾ। ਤੋ ਇਸ ਵਾਸਤੇ ਸਾਨੂੰ ਜੋ ਵਕਤ ਮਿਲਿਆ ਹੈ ਪਿਆਰਿਓ, ਇਸ ਦੀ ਕਦਰ ਕਰੋ। ਤੁਹਾਡੇ ਅੱਗੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਬਦ ਹੈ, ਆਪ ਨੂੰ ਨੇ ਬੜੀ ਸੰਤ ਮਤ ਦੀ ਖੋਜ ਕਰੀ ਸੀ। ਅੱਜ ਅਗਰ ਆਪਾਂ ਹਰਿਦੁਆਰ ਵਿੱਚ ਜਾਈਏ, ਸੁਬਾਹ ਜਾਂਦੇ ਹਾਂ, ਸ਼ਾਮ ਨੂੰ ਆ ਜਾਂਦੇ ਹੈ, ਕਈਏ ਥਾਈਂ ਏਅਰਪੋਰਟ ਦੇ ਅੱਡੇ ਲੱਗਦੇ ਹੈ, ਉਹ ਲੋਕ ਘੰਟਿਆਂ 'ਚ ਹੀ ਸਫ਼ਰ ਕਰਕੇ ਵਾਪਸ ਹੋ ਜਾਂਦੇ ਹੈ। ਲੇਕਿਨ ਜਿਸ ਵਕਤ ਦਾ ਜ਼ਿਕਰ ਗੁਰੂ ਰਾਮਦਾਸ ਜੀ ਦਾ ਵਕਤ ਸੀ ਜਿਹੜਾ, ਉਸ ਵੇਲੇ ਬੜਾ ਜਾਣਾ ਆਉਣਾ ਮੁਸ਼ਕਿਲ ਸੀ। ਆਪ ਨੇ ਕਾਫੀ ਖੋਜ ਕੀਤੀ ਸੰਤਮਤ ਦੀ, ਅੱਛੀ ਤਰ੍ਹਾਂ ਅਧਿਐਨ ਕੀਤਾ। ਫਿਰ ਆਪ ਨੇ ਆਪਣੇ ਸ਼ਬਦਾਂ ਦੇ ਵਿੱਚ ਆਪਣੀ ਬਿਰਹਾ, ਆਪਣੀ ਪੀੜਾ, ਮੈਂ ਦੱਸਦਾ ਹੁੰਦਾ ਹੈ ਕਿ ਮੈਨੂੰ ਦੁੱਖ ਆਸ਼ਕੀ ਦਾ ਕਿਹਾ, ਦੁੱਖ ਆਸ਼ਕਾਂ ਦਾ, ਆਸ਼ਕਾਂ ਦੇ ਤਾਂ ਹੀ ਅੱਗੇ ਆਖਿਆ ਪੁਕਾਰ ਕੇ। ਮਾਲਕ ਦੇ ਪਿਆਰਿਆਂ ਨੂੰ ਆਪ ਪ੍ਰੇਮ ਦਾ ਪੀੜ ਹੁੰਦੀ ਹੈ, ਤੋ ਪ੍ਰੇਮੀਆਂ ਦੀ ਪੀੜ ਹੀ ਬਿਆਨ ਕਰਦੇ ਹੈ, ਤੇ ਪ੍ਰੇਮੀਆਂ ਨੂੰ ਇਹ ਪੁਕਾਰ ਕੇ ਕਹਿੰਦੇ ਹੈ। ਸੰਤਾਂ ਦਾ ਸੰਦੇਸ਼ ਪ੍ਰੇਮੀਆਂ ਵਾਸਤੇ ਹੁੰਦਾ ਹੈ। ਪ੍ਰੇਮੀਆਂ ਆਤਮਾ ਨੂੰ ਆਪ ਹੀ ਲੱਭ ਲੈਂਦੇ ਹੈ ਜਾਂ ਉਹਨਾਂ ਨੂੰ ਪਾਸ ਬੁਲਾ ਲੈਂਦੇ ਹੈ। ਮੈਨੂੰ ਦੁੱਖ ਆਸ਼ਕੀ ਦਾ ਕਿਹਾ, ਦੁੱਖ ਆਸ਼ਕਾਂ ਦਾ। ਕੌਣ ਆਸ਼ਕ ਸੀ ਉਹਨਾਂ ਦਾ? ਉਹਨਾਂ ਦਾ ਗੁਰੂ। ਉਸ ਨੂੰ ਯਾਦ ਕਰ ਕਰਕੇ ਉਹ ਰੋਂਦੇ ਹੈ, ਆਪਦੇ ਪਿਆਰਿਆਂ ਨੂੰ ਦੱਸਦੇ ਹੈ ਕਿ ਦੇਖੋ ਵੀ ਪਿਆਰਿਓ, ਉਹਦੇ ਅੰਦਰ ਕਿੰਨੀ ਉਹਦੀ ਪੀੜਾ ਸੀ, ਉਹਦੇ ਗੁਰੂ ਦੀ। ਉਹਦੇ ਅੰਦਰ ਕਿੰਨਾ ਜੀਵਾਂ ਵਾਸਤੇ ਦਰਦ ਸੀਗਾ। ਕਿਹਾ ਦੁੱਖ ਆਸ਼ਕਾਂ ਦਾ, ਆਸ਼ਕਾਂ ਦੇ ਤਾਈਂ ਅੱਗੇ ਆਖਿਆ ਪੁਕਾਰ ਕੇ। ਇਸ਼ਕ ਚਤਰ ਚਤਰਾਈ ਨਾਲ ਰੋਂਦੇ ਨੇ, ਨਹੀਂ ਤਾਂ ਬੈਠ ਜਾਂਦੇ ਨੇ ਚੁੱਪ ਮਨ ਮਾਰ ਕੇ। ਇਸ਼ਕ ਚਤਰ ਦੋਨੇ ਚਤਰਾਈ ਨਾਲ, ਕੋਈ ਪੱਜ ਹੋਰ ਹੁੰਦਾ ਹੈ, ਰੋਂਦੇ ਕੋਈ ਹੋਰ ਨਿਸ਼ਾਨੇ ਨੂੰ ਹੁੰਦੇ ਹੈ, ਨਹੀਂ ਤਾਂ ਚੁੱਪ ਕਰਕੇ ਖਾਮੋਸ਼ ਹੋ ਕੇ ਬੈਠ ਜਾਂਦੇ ਹੈ। ਕੀ ਸਮਝੋਗੇ ਬਈ? ਚਤਰ ਨੂੰ ਕਿੰਨਾ ਸਮਝਣਾ ਔਖਾ ਹੈ। ਨਹੀਂ ਤਾਂ ਚੁੱਪ ਬੈਠ ਜਾਂਦੇ, ਚੁੱਪ ਮਨ ਮਾਰ ਕੇ ਉਹ ਚੁੱਪ ਹੋ ਕੇ ਬੈਠ ਜਾਂਦੇ ਹੈ। ਤੇ ਸਭ ਕੋਈ ਆਪਣੇ ਸੁਣਾਵੇ ਦੁੱਖ। ਉਹ ਪਿਆਰਿਓ, ਹਰ ਇੱਕ ਆਪਣਾ ਹੀ ਦੁੱਖ ਬਿਆਨ ਕਰਦਾ ਹੈ।
ਤੇ ਕਿਸੇ ਨੂੰ ਕੋਈ ਖਾਸ ਦੁੱਖ ਕਹੇ ਸੰਸਾਰ ਦੇ, ਉਹਨਾਂ ਨੂੰ ਦਰਦ ਹੁੰਦਾ ਹੈ। ਪਰਮਾਤਮਾ ਦੇ ਹੁਕਮ ਨਾਲ ਉਹ ਆਉਂਦੇ ਹੈ। ਗੁਰੂ ਗੋਬਿੰਦ ਸਿੰਘ ਦੀ ਤੁਸੀਂ ਬਾਣੀ ਪੜ੍ਹ ਕੇ ਦੇਖੋ, ਉਹ ਕਹਿਣ ਲੱਗੇ ਮੇਰਾ ਦਿਲ ਨਹੀਂ ਕਰਦਾ ਸੀ ਸੰਸਾਰ ਵਿੱਚ ਆਉਣ ਨੂੰ। ਮੈਂ ਦੱਸਦਾ ਹੁੰਦਾ ਹੈ ਉਹਨਾਂ ਦੀ ਹੀ ਚੀਜ਼ ਚਾਹੁੰਦਾ ਹੈ ਕਿ ਜਿਸ ਦਾ ਮਿਲਾਪ ਪਿਆਰੇ ਨਾਲ ਹੋ ਜਾਵੇ ਉਹ ਚੁੱਕ ਕੇ ਵਿਛੋੜੇ ਨੂੰ ਗਲ ਨਹੀਂ ਪਾਉਂਦਾਗਾ। ਜਿਸ ਨੂੰ ਬਿਸ ਦੀ ਸੈਰ ਕਰਨ ਨੂੰ ਮਿਲੇ ਉਹ ਪਿਆਰਿਓ ਉਹ ਕਦੇ ਵੀ ਕਲਰਾਂ ਵਿੱਚ ਵੜ ਕੇ ਕੱਟਾ ਨਹੀਂ ਅੜਾਉਂਦਾਗਾ। ਜਿਸ ਨੂੰ ਅੰਮ੍ਰਿਤ ਪੀਣ ਨੂੰ ਮਿਲੇ ਉਹ ਕਦੇ ਤਲੀ ਤੇ ਰੱਖ ਕੇ ਮੋਹਰਾ ਨਹੀਂ ਖਾਂਦਾਗਾ। ਜਿਹਦਾ ਪਿਆਰੇ ਦੇ ਨਾਲ ਮਿਲਾਪ ਹੋ ਜਾਵੇ, ਕੌਣ ਪਾਗਲ ਹੈ ਜਿਹੜਾ ਚੁੱਕ ਕੇ ਵਿਛੋੜੇ ਨੂੰ ਗਲ ਪਾਏਗਾ। ਉਹ ਕਹਿਣ ਲੱਗੇ ਮੈਂ ਦੋ ਤੋਂ ਇੱਕ ਰੂਪ ਹੋ ਗਿਆ ਸੀਗਾ। ਇਤਨੀ ਸਾਧਨਾ, ਇਤਨੀ ਤਪੱਸਿਆ, ਇਤਨੀ ਕਮਾਈ ਨਾਮ ਦੀ ਕੀਤੀ, ਦੋ ਤੋਂ ਇੱਕ ਰੂਪ ਹੋ ਗਏ। ਪਰਮਾਤਮਾ ਨੇ ਹੁਕਮ ਦਿੱਤਾ ਕਿ ਬਈ ਜਾ ਤੂੰ ਮੇਰੇ ਨਾਲ ਜੀਵਾਂ ਨੂੰ ਜੋੜ। ਉਹ ਕਹਿਣ ਲੱਗੇ ਮੇਰਾ ਦਿਲ ਨਹੀਂ ਕਰਦਾ ਸੀ, ਪਰ ਉਹ ਸਤਿਪੁਰਸ਼ ਦਾ ਹੁਕਮ ਨਹੀਂ ਮੋੜ ਸਕਿਆ। ਤੋ ਮੈਂ ਕਿ ਕਿਹਾ ਕਿ ਦੇਖ ਮੈਂ ਨਾ ਕਿਸੇ ਨੂੰ ਧਿਆਵਾਂ, ਨਾ ਵਿਸ਼ਨ ਨੂੰ, ਨਾ ਬਰਮਾ ਨੂੰ, ਨਾ ਕਿਸੇ ਦੇਵੀ ਦੇਵਤੇ ਨੂੰ। ਜੋ ਮੈਨੂੰ ਲੋੜ ਹੋਏਗੀ ਉਹ ਤੈਂ ਦੇਣਾ ਹੈ। ਤੋ ਪਰਮਾਤਮਾ ਕਹਿਣ ਲੱਗਾ ਮੈਂ ਤੈਨੂੰ ਆਪਣਾ ਪਿਆਰਾ ਪੁੱਤਰ ਬਣਾ ਕੇ ਭੇਜਦਾ ਹੈ। ਪਿਆਰੇ ਪੁੱਤਰ ਦੀ ਪਿਤਾ ਜਿਹੜਾ ਹੈ, ਜਿਹੜਾ ਪਿਤਾ ਕਹਾਉਣ ਦਾ ਹੱਕਦਾਰ ਹੈ। ਤੋ ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ ਸੰਤਾਂ ਦੇ ਦਿਲ ਦੇ ਅੰਦਰ ਤਾਂ ਹਜ਼ਾरों ਮਾਤਾ ਪਿਤਾ ਜੈਸਾ ਪਿਆਰ ਹੈ, तो ਉਹਦਾ ਪਿਤਾ ਕਿਉਂ ਨਹੀਂ ਜ਼ਰੂਰਤ ਪੂਰੀ ਕਰੇਗਾ। तो गुरु गोबिंद सिंह ने सब तो पहला आके यही किया कि मैं परमेश्वर नहीं। किन्ना ला लाया बई, मैं दसदा हुन्ना एक बारी मैं प्यार विच अपने गुरुदेव नूं सच्चे पातशाह कहा तो उन्होंने कान नूं वटा दिता सीगा। तो साडे अंदर कोई गुण भी ना होवे, दो बंदे पैरीं हथ ला देण, फिर असी धरती ते तो तुरदे नहीं। मुश्किल है साडे वास्ते। फिर वो धन है ऐसे महान संत सतगुरु। तो कहन लगे मैं अपना पुत बना के तेन संसार विच भेजदा है। आके कहन लग्या मैं हूं परम पुरख का दासा, मैं उहदा दास है। देखण आयो जगत तमाशा, मैं संसार नूं एक उस परमात्मा का तमाशा दे तौर ते देखदा है। सब संत इसे दृष्टि नाल संसार नूं देखदे है। जो मोह परमेश्वर उचरा सब नरक कुंड में पड़ा है। किन्ना सख्त ला लांदे है। जब मैं पहली दफा मैनू पश्चिम दे प्रेमी आए, मैं यही ला लाया। मैं आख्या भी देखो जिस नाम ना महाराज जी बुलाते सीगे मैनू ओही ना बुलाया जाए। अगर मैनू किसी ने महाराज कहा तो वह आदमी मेरी नाराजगी लेगा। महाराज परमात्मा कृपाल सन, मैनू उसका बच्चा समझ लो, सेवक समझ लो, प्यारा समझ लो। मैं सिर्फ जो मैनू इन्हां महान दो हस्तियां दे चरनां च बैठ के प्यार मिलिया वो तुहाडे लोकां नाल साझा करना है। ये तो प्यारिओ कि असीं उन्हां नूं समझ लांगे वो आपदे गुरु दे गुण गाउण वास्ते आउंदे आ, सानूं चेतावनी देण वास्ते आउंदे आ कि बड़ा थोड़ा समा मिलिया है। हाँ भाई। श्री राग महला चौथा पन्ना 41। दिन चढ़े फिर आथवे रैण सबाई जाए। दिन चढ़े फिर आथवे रैण सबाई जाए।
कटे नर ना बूझे, नित मूसा लाज टुकाए। ਮਹਾਰਾਜ ਜੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਰਾਜਾ ਸੀ, ਉਹ ਜੰਗਲ ਵਿੱਚ ਗਿਆ, ਉਹਦੇ ਮਗਰ ਸ਼ੇਰ ਲੱਗ ਗਿਆ, ਉਹ ਦੌੜ ਕੇ ਦਰਖਤ ਤੇ ਚੜ੍ਹ ਗਿਆ। ਉੱਪਰ ਜਾ ਕੇ ਸੋਚਦਾ ਹੈ ਕਿ ਮਤਾ ਮੈਂ ਜਿਸ ਡਾਹਣੀ ਤੇ ਬੈਠਾ ਹਾਂ ਇਹ ਮਜ਼ਬੂਤ ਹੈ, ਇਹ ਟੁੱਟ ਤਾਂ ਨਹੀਂ ਜਾਏਗੀ। ਜਦ ਥੱਲੇ ਨਿਗਾਹ ਟਹਿਣੀ ਕਰੀ ਜਾਣ ਲੱਗੀ ਤਾਂ ਨੀਚੇ ਕੀ ਸੀਗਾ, ਸੱਪ ਖੜਾ ਸੀਗਾ, ਉਹਦਾ ਫਨ ਫੈਲਾਇਆ ਹੋਇਆ ਸੀਗਾ ਕਿ ਗਿਰੇ ਮੈਂ ਆਪਣਾ ਖਾਜ ਬਣਾਵਾਂ। ਉਸ ਟਹਿਣੀ ਨੂੰ ਦੋ ਚੂਹੇ ਕੱਟ ਰਹੇ ਸੀਗੇ, ਇੱਕ ਕਾਲਾ ਸੀ ਇੱਕ ਚਿੱਟਾ ਸੀ। ਹੁਣ ਦਿਲ ਦੇ ਵਿੱਚ ਖਿਆਲ ਆਇਆ ਕਿ ਇਹ ਜਿਹੜੇ ਚੂਹੇ ਐ ਟਹਿਣੀ ਨੂੰ ਕੱਟ ਦੇਣਗੇ, ਮੈਂ ਨੀਚੇ ਗਿਰ ਜਾਊਂਗਾ। ਕਿ ਨੀਚੇ ਜਿਹੜੀ ਜ਼ਮੀਨ ਹੈ ਉਹ ਕੱਚੀ ਹੈ ਜਾਂ ਪੱਕੀ ਹੈ। ਐਸੀ ਨਿਗਾਹ ਨੀਚੇ ਗਈ, ਅੱਗੇ ਸੱਪ ਜਿਹੜਾ ਸੀਗਾ ਫਨਿਆਰ, ਉਹਦਾ ਮੂੰਹ ਖੋਲਿਆ ਹੋਇਆ ਸੀਗਾ। ਜੇ ਗਿਰ ਗਿਆ ਤੇ ਮੈਂ ਉਹਦੇ ਮੂੰਹ 'ਚ ਜਾਊਂਗਾ। ਇਤਨੇ ਨੂੰ ਉੱਪਰ ਮਖਿਆਲ ਦਾ ਛੱਤਾ ਲੱਗਿਆ ਹੋਇਆ ਸੀਗਾ, ਗਰਮੀ ਸੀ, ਉਹ ਥੋੜਾ ਥੋੜਾ ਟਪਕ ਰਿਹਾ ਸੀਗਾ। ਉਹ ਜਦ ਮੂੰਹ ਦੇ ਵਿੱਚ ਪਿਆ ਉਹ ਐਸਾ ਮਿੱਠਾ ਲੱਗਿਆ, ਉਹਦੇ ਵਿੱਚ ਮਸਤ ਹੋਇਆ। ਥੱਲੇ ਸੱਪ ਦਾ ਜਿਹੜਾ ਡਰ ਸੀ ਉਹ ਵੀ ਭੁੱਲ ਗਿਆ, ਜੋ ਚੂਹੇ ਟਹਿਣੀ ਕੱਟ ਰਹੇ ਸੀ ਉਹ ਵੀ ਭੁੱਲ ਗਿਆ। ਉਹ ਸ਼ਹਿਦ ਦਾ ਛੱਤਾ ਦੇ ਵਿੱਚ ਹੀ ਮਸਤ ਹੋ ਗਿਆ। ਇਹ ਇੱਕ ਕਹਾਣੀ ਹੈ। ਸੱਚ ਕੀ ਹੈ ਕਿ ਚਿੱਟਾ ਔਰ ਕਾਲਾ ਜਿਹੜੇ ਚੂਹੇ ਹੈ ਉਹ ਦਿਨ ਤੇ ਰਾਤ ਹੈ। ਸੱਪ ਉਹ ਕਬਰ ਹੈ ਜਿਹੜੀ ਤਕਾ ਰਹੀ ਹੈ ਕਿ ਕਾਦੇ ਆਵੇ ਮੈਂ ਆਪ ਦੇ ਵਿੱਚ ਸਮਾਵਾਂ। ਫਰੀਦ ਨੇ ਕਿਹਾ ਸੀ, ਗੌਰ ਨਮਾਣੀ ਛੱਡ ਕਰੇ ਨਿਗਰਿਆਂ ਘਰ ਆਓ, ਸਰ ਪਰ ਮੈਥੇ ਚੱਲਣਾ ਤੇ ਮਰਨੋਂ ਕਿਉਂ ਡਰਾਓ। ਜੇ ਆਪਾਂ ਕਿਤੇ ਰਾਤ ਨੂੰ ਸਿਵਿਆਂ ਵੀ ਦੀ ਲੰਘ ਜਾਈਏ, ਕਬਰਾਂ ਵੀ ਦੀ ਲੰਘ ਜਾਈਏ, ਤੁਹਾਨੂੰ ਪਤਾ ਹੀ ਹੈ ਬਹੁਤ ਸਾਰੇ ਪ੍ਰੇਮੀ ਐਸੇ ਹੁੰਦੇ ਹੈ ਜਿਨ੍ਹਾਂ ਨੂੰ ਬੁਖਾਰ ਚੜ੍ਹ ਜਾਂਦਾ ਹੁੰਦਾ ਹੈ। ਇੱਕ ਦਫਾ ਸਾਡੀ ਆਰਮੀ ਇੱਥੇ ਕਰਤਾਰਪੁਰ ਕੁਛ ਦਿਨ ਹੀ ਰਹੀ ਸੀਗੀ, ਕਿਉਂਕਿ ਆਮ ਜ਼ਿਆਦਾ ਬਿਆਸ ਦੇ ਏਰੀਏ ਵਿੱਚ ਰਹੀ ਹੈ। ਤੋ ਥੋੜ੍ਹੇ ਦਿਨਾਂ ਦਾ ਸਾਡਾ ਕੈਂਪ ਇੱਥੇ ਕਰਤਾਰਪੁਰ ਵੀ ਰਿਹਾ। ਉੱਥੇ ਉਹਦੇ ਪਹਾੜ ਵਾਲੀ ਸਾਈਡ ਵਿੱਚ ਬਹੁਤ ਸਾਰੀਆਂ ਕਬਰਾਂ ਹਨ। ਔਰ ਅਸੀਂ ਜਦ ਕੂਏ ਵਗੈਰਾ ਤੇ ਨਹਾ ਕੇ ਆਉਣਾ, ਸ਼ਾਮ ਨੂੰ ਹਨੇਰੇ ਪਿਆ ਜਦ ਸਾਨੂੰ ਛੁੱਟੀ ਮਿਲਦੀ, ਤਾਂ ਮੇਰਾ ਇੱਕ ਦੋਸਤ ਹਜ਼ੂਰ ਸਲਾਮ ਹੁੰਦਾ ਸੀਗਾ, ਉਸ ਨੇ ਉੱਥੇ ਖੜ ਕੇ ਨਮਸਕਾਰ ਕਰਕੇ ਫਾਤਿਹਾ ਪੜ੍ਹਨੀ ਕਿ ਭਰਾਵੋ ਮੈਂ ਵੀ ਇੱਕ ਦਿਨ ਤੁਹਾਡੇ ਵਿੱਚ ਆਉਣਾ ਹੈ, ਮੇਰੇ ਵਾਸਤੇ ਵੀ ਜਗ੍ਹਾ ਰੱਖ। ਇਹ ਐਸਾ ਕਈ ਦਿਨ ਹੋਇਆ। ਸਾਡੇ ਦੂਸਰੇ ਫੌਜੀਆਂ ਨੇ ਸੋਚਿਆ ਪਹਿਲਾਂ ਦੇਖੀਏ ਤਾਂ ਸਹੀ ਵੀ ਇਹ ਕਿੰਨਾ ਕੁ ਤਿਆਰ ਹੈ, ਕਿੰਨਾ ਕੁ ਮੁਰਦਿਆਂ ਦੇ ਕੋਲੇ ਜਾਣ ਨੂੰ ਤਿਆਰ ਹੈ। ਇੱਕ ਦਿਨ ਉਹ ਪਿੱਛੋਂ ਬੜੀ ਗਰਜਵੀਂ ਆਵਾਜ਼ ਨਾਲ ਬੋਲੇ ਕਿ ਬਈ ਕਬਰ ਤਿਆਰ ਹੈ, ਆ ਜਾ। ਹੁਣ ਤੁਹਾਨੂੰ ਪਤਾ ਹੈ ਜਦ ਮੁਰਦੇ ਦੇ ਅੱਗੋਂ ਬੋਲ ਪਏ ਮੁਰਦਿਆਂ ਦੇ ਵਿੱਚੋਂ, ਬਸ ਫਿਰ ਹਜ਼ੂਰ ਸਲਾਮ ਦਾ ਜਿਹੜਾ ਸੀਗਾ ਸਭ ਕੁਝ ਭੁੱਲ ਗਿਆ ਤੇ ਮੂਰਛਾ ਹੋ ਗਈ। ਅਸੀਂ ਉਠਾ ਕੇ ਲਿਆਏ, ਮੋਢਾ ਮਾਢਾ ਤੇ ਚੁੱਕ ਕੇ ਲਿਆਏ 4-5 ਜਣੇ। तो काफी देर बाद उसनूं शांति आई। कहण दा भाव मेरा कि असी उपरों गल्लां मारदे हैं, प्यारिओ कबरां तो तां इन्ना डरदे हैं आपां। तो फरीद साहब कहंदा है कि क्यों डरदा है, आखिर मेरे विच ही आउणा है। तो इस वास्ते आप प्यार नाल कहंदे है
ਕਿ ਰਾਜੇ ਅਸੀਂ ਹਾਂ। ਇਨਸਾਨ ਦਾ ਜਾਮਾ ਜਿਹੜਾ ਹੈ ਇਹ ਅਸੀਂ ਇੱਕ ਰਾਜੇ ਬਣ ਕੇ ਆ ਗਏ हैं। ਸਭ ਉਹ ਚਿਤਾ ਹੈ, ਕਬਰ ਹੈ। ਦਿਨ ਰਾਤ ਉਹ ਚਿੱਟੇ ਔਰ ਕਾਲੇ ਚੂਹੇ ਹੈ। ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਮਸਤ ਹੋ ਕੇ ਉਹ ਮੌਤ ਦੇ ਡਰ ਨੂੰ ਭੁੱਲੇ ਬੈਠੇ ਹਾਂ। ਜਿਵੇਂ ਉਹ ਰਾਜਾ ਭੁੱਲ ਗਿਆ ਸੀ, ਇਸੇ ਤਰ੍ਹਾਂ ਅਸੀਂ ਵਿਸ਼ਿਆਂ ਵਿੱਚ ਪੈ ਕੇ ਪਿਆਰਿਓ ਕਬਰ ਦਾ ਡਰ ਵੀ ਭੁੱਲ ਗਏ ਹਾਂ, ਜਮ ਦਾ ਡਰ ਭੁੱਲ ਗਏ ਹਾਂ। ਤੋ ਸੰਤ ਇਸ ਵਾਸਤੇ ਕਹਿੰਦੇ ਹੈ ਕਿ ਵੀ ਪਿਆਰਿਓ ਦਿਨ ਚੜ੍ਹ ਜਾਂਦਾ ਹੈ, ਛਿਪ ਜਾਂਦਾ ਹੈ। ਦਿਨ ਰਾਤ ਤੁਹਾਡੀ ਵੀ ਉਮਰ ਨੂੰ ਚੂਹੇ ਕੱਟ ਰਹੇ ਹੈ। ਜੇ ਚੂਹੇ ਹੈ ਦਿਨ ਸੋ ਘਟਾ ਫਿਰ ਆਤ ਪੈ ਰਹਿਣ ਸਵਾਰੀ ਜਾਏ। ਦਿਨ ਘਟ ਜਾਂਦਾ ਹੈ, ਰਾਤ ਨੇੜੇ ਹੋ ਜਾਂਦੀ ਹੈ। ਬਾਲ ਹੈ, ਜਵਾਨੀ ਆਉਂਦੀ ਹੈ, ਬੁਢਾਪਾ ਆਉਂਦਾ ਹੈ, ਜ਼ਿੰਦਗੀ ਦੀ ਰਾਤ ਵੀ ਆਉਂਦੀ ਹੈ। ਜਿੱਥੇ ਦਿਨ ਹੈ ਉੱਥੇ ਰਾਤ ਆ ਜਾਂਦੀ ਹੈ। ਇਨਸਾਨ ਚੇਤਦਾ ਨਹੀਂ, ਜਾਗਦਾ ਨਹੀਂ। ਨਿਤ ਮੂਸਾ ਲਾਜ ਟੁਕਾਏ। ਉਹ ਚੂਹਾ ਜਿਹੜਾ ਹੈ ਉਹ ਦਿਨ ਰਾਤ ਸਾਡੀ ਉਮਰ ਦੀ ਟਹਿਣੀ ਨੂੰ ਕੱਟ ਰਿਹਾ ਹੈ। ਜਿਹੜਾ ਅੱਜ ਦਿਨ ਗਿਆ ਪਿਆਰਿਓ ਕੱਲ ਨੂੰ ਨਹੀਂ ਆਏਗਾ। ਕਬੀਰ ਸਾਹਿਬ ਨੇ ਕਿਹਾ ਸੀ, ਜਨਨੀ ਕਹੇ ਸੁਤ ਵੱਡਾ ਹੋਤ ਹੈ, ਇਤਨਾ ਕ ਨਾ ਜਾਣੇ ਕਿ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਤਰ ਅਧ ਕਲਾੜ ਤਰ ਪੇਗਤ ਹੀ ਜਮ ਰਾਓ ਹੱਸੈ। ਮਾਂ ਰੋਜ਼ ਗਿਣਦੀ ਹੈ, ਹੁਣ ਤਾਂ ਤਕੜਾ ਹੋ ਗਿਆ ਹੈ, ਜਵਾਨ ਹੋ ਜਾਏਗਾ 4 ਸਾਲ ਨੂੰ। ਉਹਨੂੰ ਵਿਚਾਰੀ ਨੂੰ ਇਹ ਨਹੀਂ ਪਤਾ ਕਿ ਇਹਦੀ ਇੰਨੇ ਸਾਲਾਂ ਤੋਂ ਉਮਰ ਹੋਰ ਘਟ ਜਾਏਗੀ। ਉਹ ਮੇਰਾ ਮੇਰਾ ਕਹਿੰਦੀ ਹੈ। ਕਬੀਰ ਸਾਹਿਬ ਕਹਿੰਦੇ ਜਮ ਜਿਹੜਾ ਹੈ ਉਹ ਹੱਸਦਾ ਹੈ ਕਿ ਤੇਰਾ ਕਿਉਂ, ਇਹ ਖਾਜ ਤਾਂ ਮੇਰਾ ਹੈ। ਤੋ ਗੁਰੂ ਅਮਰਦੇਵ ਜੀ ਮਹਾਰਾਜ ਸਾਨੂੰ ਬੜੀ ਚੇਤਾਵਨੀ ਨਾਲ ਪਿਆਰ ਨਾਲ ਕਹਿੰਦੇ ਹੈ ਜੀ, ਆਵ ਘਟੇ ਨਰ ਨਾ ਬੂਝੇ, ਨਿਤ ਮੂਸਾ ਲਾਜ ਟਕਾਏ। ਗੁੜ ਮੀਠਾ ਮਾਇਆ ਪਸਰਿਆ, ਮਨ ਮੁਖ ਲਗ ਮਾਖੀ ਪਚੈ ਪਚਾਏ। ਆਪਾਂ ਕੀ ਕਰਦੇ ਹਾਂ, ਮੱਖੀਆਂ ਦੀਆਂ ਗੱਲਾਂ ਰੋਜ਼ ਹੀ ਕਰਦੇ ਹਾਂ ਕਿ ਮੱਖੀ ਜਿਹੜੀ ਹੈ ਮਿੱਠੇ ਤੇ ਆ ਜਾਂਦੀ ਹੈ, ਜਾਨ ਦੇ ਦਿੰਦੀ ਹੈ, ਉੜਦੀ ਨਹੀਂ ਗੀ। ਸੰਤ ਕਹਿੰਦੇ ਹੈ ਤੁਸੀਂ ਵੀ ਮੱਖੀ ਤੋਂ ਘੱਟ ਨਹੀਂ ਗੇ। ਤੁਸੀਂ ਵੀ ਵਿਸ਼ੇ ਵਿਕਾਰਾਂ ਦੀ ਚਾਟ ਉੱਤੇ ਲੱਗੇ ਹੋ, ਮਠਾਸ ਉੱਤੇ ਮਸਤ ਹੋ। ਨਾ ਇਹਨਾਂ ਨੂੰ ਖਾ ਸਕਦੇ ਹੋ, ਨਾ ਇਹਨਾਂ ਤੋਂ ਸਵਾਦ ਮਾਣ ਸਕਦੇ ਹੋ, ਤੇ ਨਾ ਉੱਡੀ ਸਕਦੇ ਹੋ। ਉਹ ਖਾਂਦਿਆਂ ਖਾਂਦਿਆਂ ਨੂੰ ਜੰਮਣ ਤੋਂ ਲੈ ਕੇ ਬੁਢਾਪਾ ਆ ਜਾਂਦਾ ਹੈ, ਰੋਨੇ ਹੈ, ਪਿੱਟਦੇ ਹੈ। ਤੁਸੀਂ ਗ੍ਰਸਤੀ ਇੱਕ ਦੂਜੇ ਦੀ ਕਹਾਣੀ ਆਪਾਂ ਕਰਦੇ ਹੀ ਹੈ, ਸੁਣਦੇ ਹੀ ਹੈ। ਕੋਈ ਜੇ ਬੱਚਾ ਨਹੀਂ ਤਾਂ ਰੋਂਦੇ ਚਲਾਉਂਦੇ ਹੈ, ਗਧਿਆਂ ਤੱਕ ਬਾਪ ਕਹਿੰਦੇ ਹੈ। ਜੇ ਬੱਚਾ ਕਹੇ ਕਾਰਨੀ ਤਾਂ ਵੀ ਰੋਨੇ ਹੈ। ਜੇ ਉਹ ਰੱਬ ਨੂੰ ਪਿਆਰਾ ਹੋ ਗਿਆ, ਪਰਮਾਤਮਾ ਨੇ ਆਵਾਜ਼ ਮਾਰ ਲਈ, ਆਪਾਂ ਤਾਂ ਵੀ ਰੋਨੇ ਹੈ। ਮਹਾਤਮਾ ਕਹਿੰਦੇ ਆ, ਮੂਰਖੇ ਸਮਝਦੇ ਪੁੱਤਰ ਸੁਖ ਕੋ ਦੇ, ਜੰਮਣ ਤੋਂ ਲੈ ਮਰਨ ਤੱਕ ਅੰਤ ਦੁੱਖ ਕੋ ਦੇ। ਪਹਿਲਾ ਪਾਲਣ ਪੋਸ਼ਣ 'ਚ ਦੁੱਖ, ਪਦੈਸ਼ ਦੁੱਖ। ਜੇ ਮਾਲਕ ਬੁਲਾ ਲੈਂਦਾ ਹੈ, ਉਹਨਾਂ ਮਾਤਾ ਪਿਤਾ ਨੂੰ ਪੁੱਛੋ, ਕਿਉਂ ਵੀ ਪਿਆਰਿਓ ਤੁਹਾਨੂੰ ਕੋਈ ਦੁੱਖ ਹੈ, ਕੋਈ ਕਸ਼ਟ ਹੈ? ਰਾਤ ਨੂੰ ਨੀਂਦਰ ਨਹੀਂ ਆਉਂਦੀ ਗੀ, ਹਿੱਕ ਤੇ ਆ ਚੜ੍ਹਦਾ, ਗਲ ਪਕੜ ਲੈਂਦਾ ਆ ਕੇ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਆ, ਮਨਮੁਖ ਮਾਖੀ ਲਗੇ ਪਚਾਏ। ਉਹ ਕਹਿੰਦੇ ਮਨਮੁਖ ਜਿਹੜੇ ਹੈ ਉਹ ਮੱਖੀ ਦੀ ਤਰ੍ਹਾਂ ਮਸਤ ਹੈ, ਨਾ ਛੱਡ ਸਕਦੇ ਹੈ ਨਾ ਉੱਡ ਸਕਦੇ ਹੈ ਜੀ। ਗੁੜ ਮੀਠਾ ਮਾਇਆ ਪਸਰਿਆ, ਮਨ ਮੁਖ ਲਗ ਮਾਖੀ
पचै पचाए। पाई रे मैं मीत सखा प्रभ सोए। पाई रे मैं मीत सखा प्रभ सोए। पुत्र कलत मोह बेख है, अंत बेली कोय ना होए। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹੈ ਕਿ ਪਿਆਰਿਓ, ਜਿਸ ਰਸਤੇ ਤੇ ਤੁਸੀਂ ਜਾਣਾ ਹੈ ਉੱਥੇ ਤੁਸੀਂ ਇਕੱਲਿਆਂ ਨਹੀਂ ਜਾਣਾ, ਨਾ ਕਿਸੇ ਆਰਮੀ ਨੇ ਜਾਣਾ ਹੈ, ਨਾ ਤੁਹਾਡੇ ਸਮਾਜ ਨੇ ਜਾਣਾ ਹੈ। ਇਕੱਲੇ ਆਏ ਹੋ, ਇਕੱਲੇ ਜਾਓਗੇ। ਦੂਸਰਾ, ਜੇ ਉਹ ਪਰਮਾਤਮਾ ਨੂੰ ਯਾਦ ਕਰੋਗੇ, ਗੁਰੂ ਦਾ ਕਹੇ ਤੇ ਚੱਲੋਗੇ, ਤੇ ਉਹੀ ਤੁਹਾਡੇ ਨਾਲ ਹੋਏਗਾ। ਬਾਕੀ ਹੋਰ ਕੌਣ ਹੋਏਗਾ ਬਈ? ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਕਿ ਅਸੀਂ ਸਖੇ ਸਰਬੰਧੀ ਬੜੇ ਬਣਾਉਣੇ ਹੈ। ਮੈਂ ਦੋ ਰਾਜਿਆਂ ਦੀ, ਤਿੰਨਾਂ ਦੀ ਦੱਸਦਾ ਹੁੰਦਾ ਹੈ, ਜਿਹੜੇ ਮੈਂ, ਕਿਉਂਕਿ ਸੰਨ 47 ਤੋਂ ਪਹਿਲਾਂ ਇੱਥੇ ਜਿਹੜੇ ਰਿਆਸਤਾਂ ਦੇ ਮਾਲਕ ਸਨ ਉਹ ਬੜੇ ਸ਼ਕਤੀਸ਼ਾਲੀ ਰਾਜੇ ਸਨ। ਤੋ ਮੈਨੂੰ ਉਹਨਾਂ ਦੇ ਨੌਕਰੀ ਕਰਨ ਦਾ ਮੌਕਾ ਮਿਲਿਆ। ਤੋ ਮੈਂ ਨਾਭਾ, ਪਟਿਆਲਾ ਔਰ ਕਪੂਰਥਲਾ ਤਿੰਨਾਂ ਦੀ ਮੌਤ ਦੇ ਵੇਲੇ, ਕਿਉਂਕਿ ਮੈਂ ਆਪਰੇਟਰ ਸੀ, ਖਾਸ ਮਹੱਲਾਂ 'ਚ ਡਿਊਟੀ ਹੁੰਦੀ ਸੀ, ਮੈਂ ਦੇਖੇ। ਖਾਸ ਕਰਕੇ ਮੈਂ ਪਟਿਆਲੇ ਦੀ ਮੌਤ ਦੇਖੀ ਜਿਹੜੀ, ਉਹ ਇਸ ਤਰ੍ਹਾਂ ਦੀ ਸੀ ਕਿ ਬਹੁਤ ਸਾਰੀ ਆਰਮੀ ਦਾ ਹਿੱਸਾ ਮਹੱਲ ਦੇ, ਮੋਤੀ ਮਹੱਲ ਦੇ ਉਦਾਲੇ ਲਾਇਆ ਹੋਇਆ ਸੀਗਾ। ਇਤਨੇ ਚੁਸਤ ਸਨ ਕਿ ਨੰਬਰ ਬੋਲਦੇ ਸੀ 15-15 ਮਿੰਟ ਬਾਅਦ। ਬੜੇ ਅਫਸਰ ਆ ਕੇ ਚੈੱਕ ਕਰਦੇ ਸੀਗੇ ਵੀ ਕਿਤੇ ਸੁਸਤ ਨਾ ਹੋ ਜਾਣ। 1 ਮਿੰਟ ਬਾਅਦ ਚਫੇਰੇ ਸੈਂਕੜੇ ਆਦਮੀਆਂ ਦੇ ਵਿੱਚੋਂ ਨੰਬਰ ਉਸ ਥਾਂ ਆ ਜਾਂਦਾ ਜਿੱਥੋਂ ਸ਼ੁਰੂ ਹੁੰਦਾ ਸੀਗਾ। ਲੇਕਿਨ ਸਾਡੇ ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦ ਉਹਦੇ ਥਾਂ ਯਾਦਵਿੰਦਰੇ ਨੂੰ, ਟਿੱਕੇ ਨੂੰ ਮੁਕਰਰ ਕਰ ਦਿੱਤਾ। ਤੋ ਪਤਾ ਨਹੀਂ ਪਿਆਰਿਓ, ਉਹ ਰਫਲਾਂ ਵਾਲਿਆਂ ਨੂੰ, ਤੋਪਾਂ ਵਾਲਿਆਂ ਨੂੰ, ਕਿ ਉਹ ਜੰਮਦਾ ਦੇਵਤਾ ਆਇਆ ਕਿੱਧਰੋਂ ਤੇ ਕੰਨ ਫੜ ਕੇ ਲੈ ਕਿੱਧਰ ਗਿਆ। ਉਹ ਜਦ ਐਡੇ ਐਡੇ ਰਾਜਿਆਂ ਦਾ, ਉਹ ਜੰਮਦਾ ਕੁਛ ਨਹੀਂ ਵਿਗਾੜ ਸਕਦੀਆਂ ਫੌਜਾਂ, ਤੋ ਅਸੀਂ ਵਿਚਾਰੇ ਤਾਂ ਹੈ ਹੀ ਬਿਲਕੁਲ ਗਰੀਬ। ਸਾਡੇ ਕੋਲੇ ਤਾਂ ਕੌਣ ਮਦਦਗਾਰ ਹੈ? ਕਬੀਰ ਸਾਹਿਬ ਕਹਿੰਦੇ ਹੈ, ਪਾਸ ਦਬਾਮੇ ਛਤ ਸਿਰ, ਭੇਰੀ ਛੱਡੇ ਰੱਡ, ਜਾਏ ਸੁੱਤੇ ਜੈ ਰਾਣ ਮੇ, ਥੀਏ ਅਤੀਮਾ ਗੱਡ। ਰੋਜ਼ ਮਹੱਲਾਂ ਦੇ ਉੱਤੇ ਵਾਜੇ ਵੱਜਦੇ ਹੈ, ਫੌਜਾਂ ਸਲਾਮਾਂ ਕਰਦੀਆਂ ਹਨ, 1 ਸਕਿੰਟ ਵੀ ਦੀ ਛੱਡ ਕੇ ਯਤੀਮਾਂ ਦੀ ਤਰ੍ਹਾਂ ਜਾ ਕੇ ਸ਼ਮਸ਼ਾਨ ਦੇ ਵਿੱਚ ਸੌਂ ਜਾਂਦੇ ਹੈ, ਜਿਹੜੇ ਕਦੇ ਨਹੀਂ ਉਠਾਉਣੇ। ਤੋ ਕਬੀਰ ਸਾਹਿਬ ਕਹਿੰਦੇ, ਆਸੀ ਪਾਸੀ ਯੋਧਾ ਖੜੇ, ਸਭੀ ਬਜਾਵੇ ਗਾਲ। ਹੋਕਾ ਲਾਉਂਦੇ ਹੈ, ਮੰਝ ਬਹੱਲੋ ਲੈ ਗਿਆ ਤੇ ਐਸਾ ਕਾਲ ਕਰਾਲ। ਐਡਾ ਸ਼ਕਤੀਵਾਨ ਹੈ, ਉਹ ਵਿੱਚੋਂ ਉਠਾ ਜਾਂਦਾ ਹੈ। ਪਿਆਰਿਓ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੌਤ ਦਾ ਫਰਿਸ਼ਤਾ ਆਉਣਾ ਕਿੱਧਰੋਂ ਹੈ, ਕੰਨ ਫੜ ਕੇ ਲੈ ਕਿੱਧਰ ਜਾਣਾ ਹੈ, ਉਹ ਸਾਡੀ ਕੀ ਮਦਦ ਕਰਨਗੇ? ਜਿੰਨਾ ਵੀ ਆਪਾਂ ਸੰਤਾਂ ਕੋਲ ਜਾਂਦੇ ਆ, ਪਿਆਰ ਕਰਦੇ ਆ, ਉਹਨਾਂ ਦਾ ਕਿਹਾ ਮੰਨਦੇ ਹੈ, ਉਹ ਆਹਾ ਹੀ ਵਕਤ ਹੁੰਦਾ ਹੈ ਜਿਸ ਨੂੰ ਗੁਰੂ ਨਾਨਕ ਕਹਿੰਦੇ ਆ, ਸੱਜਣ ਸੇ ਹੀ ਆਖੀਏ। ਅਸਲੀ ਮਿੱਤਰ ਕੌਣ ਹੈ ਬਈ? ਅਸਲੀ ਦੋਸਤ ਕਿਹੜਾ ਹੈ? ਸੱਜਣ ਸੇ ਹੀ ਆਖੀਏ, ਜੋ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਜੰਗਲ ਹੋਵੇ, ਆਪਾਂ ਨੂੰ ਉੱਥੇ ਕੋਈ ਕਤਲ ਕਰਨ ਵਾਲੇ ਮਿਲ ਜਾਣ, ਸੋਚੋ ਅਗਰ ਉੱਥੇ ਆਪਣਾ ਕੋਈ ਮਿਲ ਜਾਵੇ ਆਪਾਂ ਨੂੰ ਬਚਾਉਣ ਵਾਲਾ, ਕਿੰਨੀ ਖੁਸ਼ੀ ਹੋਏਗੀ। ਅਸੀਂ ਵੀ ਉੱਥੇ ਜੰਗਲ ਵਿੱਚ ਜਾ ਪੈਂਦੇ ਹਾਂ, ਜਮ ਸਾਨੂੰ ਕਸ਼ ਦੇਣ ਨੂੰ ਤਿਆਰ ਹੁੰਦੇ ਹੈ, ਤਾਂ ਪਿਆਰ ਨਾਲ ਕਹਿੰਦੇ ਆ ਜੀ, ਉਸ ਵੇਲੇ ਸਾਡਾ ਮਦਦਗਾਰ ਜਦੋਂ ਮਿਲ ਜਾਂਦਾ ਹੈ, ਉਹ ਕਿੰਨੀ ਖੁਸ਼ੀ ਹੁੰਦੀ ਹੈ ਉਦੋਂ।
ਇਹੀ ਹੁੰਦੀ ਹੈ। ਤੁਸੀਂ ਦੇਖ ਲਓ, ਕਮਾਈ ਵਾਲਾ ਖੁਸ਼ੀ ਹੁੰਦਾ ਹੈ। ਜੇ ਮਰਨੇ ਤੇ ਜਗ ਡਰਾ ਮੇਰੇ ਮਨ ਆਨੰਦ, ਕਬੀਰ ਸਾਹਿਬ ਕਹਿੰਦੇ ਦੁਨੀਆ ਡਰਦੀ ਹੈ ਤੇ ਕਮਾਈ ਵਾਲੇ ਨੂੰ ਖੁਸ਼ੀ ਹੁੰਦੀ ਹੈ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਵੀ ਸ਼ੁਕਰ ਹੈ ਸਦਾ ਵਾਸਤੇ ਉਹ ਮਾਲਕ ਦੇ ਘਰ ਮੌਕਾ ਮਿਲੇਗਾ ਰਹਿਣ ਦਾ। ਹਾਂ ਭਾਈ। ਪੋਤ ਕਲਤ ਮੋ ਬੇਖ ਹੈ, ਅੰਤ ਬੇਲੀ ਕੋਇ ਨਾ ਹੋਏ। ਗੁਰ ਮਤ ਹਰ ਲਿਵ ਉਬਰੇ, ਅਲਿਪਤ ਰਹੇ ਸ਼ਰਣਾਏ। ਜਿਸ ਤਰ੍ਹਾਂ ਕਿ ਤੇਲ ਦੀ ਧਾਰ ਨਹੀਂ ਟੁੱਟਦੀ, ਐਸੀ ਉਹਨਾਂ ਦੀ ਬਿਰਤੀ ਹੁੰਦੀ ਹੈ। ਇਸ ਵਾਸਤੇ ਉਹ ਮਾਲਕ ਚ ਆਉਂਦੇ ਹੈ, ਉੱਥੇ ਹੀ ਜਾ ਕੇ ਸਮਾ ਜਾਂਦੇ ਹੈ ਜੀ। ਗੁਰ ਮਤ ਹਰ ਲਿਵ ਉਬਰੇ, ਅਲਿਪਤ ਰਹੇ ਸ਼ਰਣਾਏ। ਓਨੀ ਚਲਣ ਸਦਾ ਨਿਹਾਲਿਆ, ਹਰ ਖਰਚ ਲਿਆ ਪਤ ਪਾਏ। ਗੁਰਮੁਖ ਦਰ ਗਏ ਮੰਨੀਏ, ਹਰ ਆਪ ਲਏ ਗਲ ਲਾਏ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਹੈ, ਸਾਡੇ ਔਰ ਕਾਰਜ ਦਾ, ਗੁਰਮੁਖਾਂ ਦੇ ਦਾ ਬੜਾ ਫਰਕ ਹੁੰਦਾ ਹੈ। ਉਹ ਜੋ ਵੀ ਕੋਈ ਦੁਨਿਆਵੀ ਕੰਮ ਕਰਦੇ ਹੈ, ਉਹਨਾਂ ਦੀ ਨਜ਼ਰ ਉਹ ਉੱਥੇ ਮਸ਼ਾਪਰਾਂ ਦੀ ਤਰ੍ਹਾਂ ਹੀ ਹੁੰਦੀ ਹੈ। ਉਹ ਮਕਾਨ ਇਸ ਤਰ੍ਹਾਂ ਨਹੀਂ ਬਣਾਉਂਦੇ ਗੇ, ਇਸ ਤਰ੍ਹਾਂ ਜਾਇਦਾਦਾਂ ਨਹੀਂ ਬਣਾਉਂਦੇ ਗੇ ਕਿ ਅਸੀਂ ਇੱਥੇ ਸਦਾ ਹੀ ਰਹਿਣਾ ਹੈ ਜਾਂ ਸਾਡੇ ਪੁੱਤ ਪੋਤੇ ਇੱਥੇ ਖਾਣਗੇ। ਬਾਬਾ ਜੈਮਲ ਸਿੰਘ ਮਹਾਰਾਜ ਨੂੰ ਕਹਿੰਦੇ ਸੀਗੇ ਕਿ ਦੇਖ ਬਈ, ਇਹ ਜਿਉਂ-ਜਿਉਂ ਵਡਿਆਈ ਪਾਉਂਦਾ ਹੈ, ਉਵੇਂ ਉਵੇਂ ਹੀ ਆਪ ਤੋਂ ਗਰੀਬਾਂ ਅਧਨਿਆਂ ਨੂੰ ਖਾਂਦਾ ਹੈ, ਖਾਣਾ ਸ਼ੁਰੂ ਕਰ ਦਿੰਦਾ ਹੈ। ਉਹ ਧਨ ਜੋੜ ਕੇ ਰੱਖ ਜਾਂਦਾ ਹੈ, ਜਾਂ ਤਾਂ ਉਹਦੇ ਹੁੰਦਿਆਂ ਹੁੰਦਿਆਂ ਹੀ ਬਰਬਾਦ ਹੋ ਜਾਂਦਾ ਹੈ, ਜਾਂ ਉਹਦਾ ਕੋਈ ਨਾ ਕੋਈ ਪੁੱਤ ਪੋਤਰਾ ਉੱਠ ਕੇ ਉਹ ਧਨ ਨੂੰ ਉਡਾ ਦਿੰਦਾ ਹੈ। ਤੋ ਲੇਖਾ ਤਾਂ ਉਹੀ ਦੇਵੇਗਾ। तो आप कहने लगे, जो मालिक दे प्यारे है, जो गुरु दे मुंह बन जाते हैं, वो गुरमुख बन जाते हैं। वो सदा ही ये काम करन लगे ही सोचते मैं तो जाना है। वो करते हुए जिवें थानू कल गुरु गोबिंद सिंह की कहानी दसी सीगी कि वो जिहड़े राजधारियां दे कोले गए सी सिख, वो तो उत्थे खड़े गुरु तो डरी जाते सी, जे जाग पिया सिखी तो खारज कर देगा। वो ਜਿਹੜੇ ਪਹਿਰੇ ਤੇ ਖੜੇ ਸੀਗੇ ਤੇ ਉਹਨਾਂ ਦੇ ਮਨ ਰਾਸਧਾਰੀਆਂ ਦੇ ਵਿੱਚ ਸੀਗੇ। ਸੋ ਇਹ ਹੈ ਪਿਆਰਿਓ, ਕਹਿਣ ਲੱਗੇ ਗੁਰਮੁਖ ਦਰਗਾਹ ਮੰਨੀਏ ਜਦੋਂ ਪਹਿਲਾਂ ਹੀ ਤਿਆਰ ਹੈ। ਕਿਉਂ ਮੈਂ ਕਈ ਸਮਾਜਾਂ ਦੇ ਵਿੱਚ ਰਿਹਾ ਹੈ, ਜਦ ਮੈਂ ਨਿਹੰਗਾਂ ਦੇ ਵਿੱਚ ਕਾਫੀ ਟਾਈਮ ਰਿਹਾ ਹੈ, ਮੈਂ ਆਪਦੇ ਜਦੋਂ ਨਿਹੰਗ ਬਣਿਆ ਸੀਗਾ ਉਦੋਂ ਕਈ ਕਹਾਣੀਆਂ ਦੱਸਦਾ ਹੁੰਦਾ ਹੈ कि किन्ने किलो की मेरे सिर ते पग हुंदी सी, 35 किलो की पग सी। ते एक प्रेमी नाल सेवादार रखिया होया सीगा, क्योंकि उन्हां लोकां दा बड़ा अजीब ही ख्याल हुंदा है, मस्त हुंदे है, बेहंगम हुंदे है, किसी चीज़ का फर्क ना होना। कुर्सी की बजाय पिछे छिटियां दी पंड सिटनी, क्योंकि पग लेके बैठिया नहीं जांदा सीगा। तो उस वक्त एक बुढ़ा निहंग सीगा, वो सने जोड़े किकर ते चढ़ गया दातन लैन। उथों दे कई लंघण लगे, वो कहन लगे बाबा तेरा जोड़ा फिसल गया, चोट लगेगी, जोड़े तो नीचे ला जांदा। वो कहन लग्या जे भला भगवान उपर ही महाराज बुला लैन तो फिर मैं जोड़े पाउण आऊंगा। मैं अंग्रेजा च भी सुनाना हुंदा है कि इस तरह की तैयारी होनी चाहिए है सेवक की,
ਜਿਹੜਾ ਕਮਾਈ ਕਰਦਾ ਉਹਦੀ ਇਸ ਤਰ੍ਹਾਂ ਦੀ ਹੁੰਦੀ ਹੈ। ਸੋ ਇਸ ਵਾਸਤੇ ਪਿਆਰਿਓ ਪਿਆਰ ਨਾਲ ਕਹਿੰਦੇ ਹੈ ਗੁਰਮੁਖ ਜਦ ਗੁਰਮੁਖ ਦਰਗਾਹ ਮੰਨੀਏ, ਐਸੇ ਜਿਹੜੇ ਮਾਲਕ ਦੇ ਪਿਆਰੇ ਆ, ਭਜਨ ਕਰਦੇ ਹੈ, ਉਹਨਾਂ ਦਾ ਜਦ ਸਰੀਰ ਛੱਡਦੇ ਹੈ ਦਰਗਾਹ 'ਚ ਮਾਨ ਹੁੰਦਾ ਹੈ। ਆਪ ਲਈ ਇਹ ਗੱਲ ਲਾਏ, ਉਹਨਾਂ ਨੂੰ ਲੈਣ ਵਾਸਤੇ ਉਹਨਾਂ ਦਾ ਗੁਰੂ ਦੇ ਪ੍ਰਮਾਤਮਾ ਆਉਂਦਾ ਹੈ, ਉਹਨਾਂ ਨੂੰ ਇਸ ਤਰ੍ਹਾਂ ਗਲੇ ਲਾ ਲੈਂਦਾ ਹੈ। ਉਹ ਪਿਆਰਿਓ ਜਿਸ ਤਰ੍ਹਾਂ ਬੇਟੀ ਆ ਕੇ ਪਿਤਾ ਦੇ ਗਲੇ ਨਾਲ ਚਿੰਬੜ ਜਾਂਦੀ ਹੈ। ਤੁਸੀਂ ਦੇਖ ਲਿਆ ਕਰੋ, ਆਪਾਂ ਗ੍ਰਸਤੀ ਹੈ, ਕਿਵੇਂ ਬੇਟੀਆਂ ਆਉਂਦੀਆਂ ਹਨ ਜਦੋਂ ਪਿਤਾ ਨੂੰ ਕਿਵੇਂ ਚਿੰਬੜ ਜਾਂਦੀਆਂ ਬਈ। ਇਸ ਤਰ੍ਹਾਂ ਉਹ ਪ੍ਰਮਾਤਮਾ ਉਹਨਾਂ ਨੂੰ ਗਲੇ ਨਾਲ ਲਾ ਲੈਂਦਾ ਹੈ। ਹਰ ਆਪ ਲਿਆ ਗਲ ਲਾਏ ਜੀ। ਗੁਰਮੁਖ ਦਰਗਹਿ ਮੰਨੀਏ, ਹਰਿ ਆਪ ਲਿਏ ਗਲ ਲਾਏ। ਗੁਰਮੁਖਾਂ ਨੂੰ ਪੰਥ ਪ੍ਰਗਟਾ, ਦਰ ਠਾਕ ਨ ਕੋਈ ਪਾਏ। ਮਾਲਕ ਦੇ ਪਿਆਰਾਂ ਦਾ ਜਿਹੜਾ ਰਸਤਾ ਹੈ ਉਹ ਖੁੱਲਾ ਹੁੰਦਾ ਹੈ, ਹਮੇਸ਼ਾ ਹੀ ਖੁੱਲਾ ਹੁੰਦਾ ਹੈ। ਉਹਨਾਂ ਨੂੰ ਰਸਤੇ ਦੇ ਵਿੱਚ ਨਾ ਕੋਈ ਕਾਲ ਦੀ ਤਾਕਤ ਰੋਕ ਸਕਦੀ ਹੈ, ਨਾ ਉਹਨਾਂ ਦਾ ਕੁਝ ਵਿਗਾੜ ਹੀ ਸਕਦੀ ਹੈ। ਭਾਈ ਗੁਰਦਾਸ ਨੇ ਕਿਹਾ ਸੀ, ਗੁਰਮੁਖ ਗਾਡੀ ਰਾਹ ਚਲੰਦਾ। ਗੁਰਮੁਖਾਂ ਦਾ ਜੋ ਰਸਤਾ ਹੈ ਉਹ ਬੜਾ ਖੁੱਲਾ ਹੁੰਦਾ ਹੈ, ਉਹਨਾਂ ਨੂੰ ਆਉਣ ਜਾਣ ਦੀ ਕੋਈ ਮਨਾਹੀ ਨਹੀਂ ਹੁੰਦੀਗੀ। ਮੈਂ ਦੱਸਦਾ ਹੁੰਦਾ ਹੈ ਕਿ ਪਿਆਰਿਓ, ਉਹਨਾਂ ਦੀ ਹਾਲਤ ਇਹ ਹੁੰਦੀ ਹੈ, ਅੱਖ ਖੋਲ੍ਹਦੇ ਹੈ, ਮਾਲਕ ਦੇ ਦਰਬਾਰ ਹੈ, ਖੋਲ੍ਹਦੇ ਤੇ ਦੁਨੀਆ ਵਿੱਚ ਜੁੜੇ ਹੋਏ ਹੈ। ਇਸੇ ਦਾ ਨਾਂ ਫਕੀਰੀ ਹੈ। ਮੈਂ ਮਾਂਝੂਆਸ ਸਤਸੰਗ ਕਰ ਰਿਹਾ ਸੀਗਾ, ਉਦੋਂ ਮੇਰੇ ਕੋਲ 2 ਸ਼ਬਦ ਦਾ ਭੇਦ ਹੁੰਦਾ ਸੀਗਾ। ਤਾਂ ਉਹ ਨਾਥ ਸੀਗਾ। ਮੈਂ ਸਤਸੰਗ ਕਰਕੇ ਹਟਿਆ। ਵੈਸੇ ਉਹ ਚੰਗਾ ਆਦਮੀ ਸੀਗਾ, ਉਹ ਇਸ ਬਾਤ ਨੂੰ ਸਮਝਦਾ ਸੀਗਾ ਕਿ ਸਿਰਫ ਬਰਮ ਤੱਕ ਹੀ ਬਿਆਨ ਕਰਦਾ ਹੈ, ਇਹਦੇ ਉੱਪਰ ਨਹੀਂ ਬੋਲਦਾਗਾ। ਉਸਨੇ ਮੈਨੂੰ ਕਿਹਾ ਕਿ ਤੇਰਾ ਬਿਆਨ ਜਿਹੜਾ ਹੈ ਉਹ ਬਰਮ ਤੱਕ ਦਾ ਹੈ, ਇਹਦੇ ਉੱਪਰ ਤਾਂ ਤੁਸੀਂ ਨਹੀਂ ਬੋਲਦੇਗੇ। ਮੈਂ ਉਹਨਾਂ ਨੂੰ ਕਿਹਾ ਹਾਂ। ਮੈਨੂੰ ਸਾਧੂ ਹੀ ਜਿਹੜਾ ਹੈ ਬਾਬਾ ਬਿਸ਼ਨ ਦਾਸ, ਉਹ ਇਤਨੀ ਹੀ ਪੂੰਜੀ ਦਾ ਮਾਲਕ ਸੀ, ਉਹਨਾਂ ਨੇ ਦੱਸਿਆ ਕਿ ਉੱਪਰ ਹੈ, ਮੇਰੀ ਤਲਾਸ਼ ਹੈ। ਉਸਨੇ ਮੇਰੇ ਅੱਗੇ ਇੱਕ ਸਤਸੰਗ ਮੈਂ ਕਰਕੇ ਹਟਿਆ ਸੀਗਾ ਤੇ ਆ ਕੇ ਅੱਗੇ ਬੈਠ ਗਿਆ। ਮੈਨੂੰ ਕਹਿਣ ਲੱਗਾ, ਮੇਰੇ ਸਵਾਲ ਦਾ ਜਵਾਬ ਦੇ ਜਾਈਂ। ਉਹਦਾ ਗੁਰੂ ਵੀ ਧੌਂਕਲਨਾਥ ਕੋਲੇ ਸੀਗਾ। ਮੈਂ ਆਖਿਆ ਵੀ ਹਾਂ, ਜਿੰਨਾ ਕੁ ਮੈਂ ਜਾਣਦਾ ਪੁੱਛ। ਉਸਨੇ ਨਕਸ਼ਾ ਬਣਾ ਕੇ ਬਰਮ ਤੱਕ ਦੱਸਿਆ ਕਿ ਮੈਂ ਇੱਥੇ ਜਾਣਾ ਹੈ। ਮੈਂ ਉਹਨੂੰ ਪੁੱਛਿਆ ਕਿ ਕੀ ਤੂੰ ਜਾਗਰਤ ਅਵਸਥਾ 'ਚ ਅਭਿਆਸ 'ਚ ਜਾਣਾ? ਕਹਿਣ ਲੱਗਾ, ਨਹੀਂ, ਮੈਨੂੰ ਇੱਕ ਦਿਨ ਸੁਪਨਾ ਆਇਆ ਸੀ। ਮੈਂ ਆਖਿਆ, ਜੇ ਭਲਾ ਫੇਰ ਕਦੇ ਜਾਣਾ ਹੋਵੇ ਤੇ ਸੁਪਨਾ ਆਵੇ ਨਾ, ਜਾਂ ਚਿੰਤਾ ਲੱਗੀ ਹੋਵੇ, ਚਿੰਤਾ 'ਚ ਨੀਂਦ ਹੀ ਨਹੀਂ ਆਉਂਦੀ ਤੇ ਫਿਰ ਸੁਪਨਾ ਨਾ ਆਇਆ, ਫੇਰ ਤੂੰ ਬਰਮ 'ਚ ਕਿਵੇਂ ਪਹੁੰਚੇਗਾ? ਉਹਦੇ ਕੋਲ ਕੋਈ ਜਵਾਬ ਨਾ। ਇਤਨੇ ਨੂੰ ਪ੍ਰਮਾਤਮਾ ਕਿਰਪਾਲ ਆ ਗਏ। ਕੋਈ 3-4 ਮਹੀਨਿਆਂ ਤੋਂ ਬਾਅਦ ਜਦ ਮੇਰੇ ਤੇ ਰਹਿਮ ਹੋਇਆ ਤਾਂ ਮੈਂ ਉਹਦੇ ਗੁਰੂ ਨੂੰ ਧੌਂਕਲਨਾਥ ਨੂੰ ਦੱਸ ਪਾਈ। ਮੈਂ ਆਖਿਆ, ਵੀ ਜੇ ਤੂੰ ਉੱਥੇ ਮੇਰੇ ਘਰ ਆ ਜਾਵੇਗਾ ਤਾਂ ਮੈਂ ਤੇਰੀ ਜਿਹੜੀ ਇੱਛਾ ਹੈ ਉਹ ਚਵਾਰੇ 'ਚ ਪੂਰੀ ਕਰਾ ਦੂੰਗਾ। ਉਹ ਆਇਆ, ਮਹਾਰਾਜ ਨੇ ਉਸ ਤੇ ਕਿਰਪਾ ਕੀਤੀ। ਉਹ ਆਦਾ ਵੀ ਮੇਰਾ ਚੇਲਾ ਬੜਾ ਸਖਤ ਹੈ, ਸ਼ਾਇਦ ਜੇ ਉਹ ਨਾ ਆਵੇ। ਮੈਂ ਕਿਹਾ, ਮੈਂ ਜਾਣਾ। ਮੈਂ ਉਹ ਚੇਲੇ ਨੂੰ ਲੈਣ ਵਾਸਤੇ ਗਿਆ। ਮੈਨੂੰ ਆਦਾ ਕਿ ਕਲਯੁਗ ਦੇ ਵਿੱਚ ਗੁਰੂ ਜਿਹੜੇ ਹੈ, ਜਿਹੜੇ ਚੇਲੇ ਆ, ਉਹ ਗੁਰੂਆਂ ਤੋਂ ਅੱਗੇ ਹੋ ਜਾਂਦੇ ਹੈ। ਮੇਰੀ ਇਹਦਾ ਤਰੱਕੀ ਉਸ ਤੋਂ ਜ਼ਿਆਦਾ ਹੈ। ਮੈਂ ਕਿਹਾ ਵੀ ਇਹ ਕੋਈ ਘੋਲ ਤਾਂ ਨਹੀਂ ਕਰਨਾਗਾ, ਇਹ ਤਾਂ ਰੂਹਾਨੀਅਤ ਦੀ ਚੜ੍ਹਾਈ ਹੈ।
ठीक है। चेला गुरु तो किवें अगे होएगा, जिन्ना उन्होंने ज्ञान है वो उथों तक ही पहुंच सकता है। जदों अगे पता ही नहीं वो जाएगा किवें। खैर मेरे समझाउण बुझाउण तो वो प्रेमी आ गया, उन्हें मैं उन्होंने सिमरन याद कराया। महाराज कहते भी इनू सिमरन याद करा, मैं कराया। तो जदों महाराज ने अंदरों उसनू प्रकाश दिता, आवाज ना जोड़िया, तो ये एक सच्चाई है। बहुत सारे आदमी वो जालूनाथ नू जानते हैं। तो किस तरह वो साडे उदाले डड्डू टबूसी लाई फिरे महाराज दे उदाले, जाने इन्नी खुशी हुई, वो हमेशा ही पछताउंदा रहा कि मैं किन्नी भुल दे विच सी। सो प्यारिओ, जेड़े अंदर जाते हैं उन्होंने ज्ञान है, गुरमुखा नू पंथ प्रगटा, उन्हों का जिहड़ा रस्ता है वो खुला है। वो उस प्रेमी की तरह सिर्फ सुपने च ही नहीं जाते गे, वो जागते जाते हैं। ये रस्ता सुत्तियां पियां दा नहीं हुंदा गा, ये जागदियां दा हुंदा है जी। गुरमुखा नो पंथ प्रगटा, दर ठाक न कोई पाए। हर नाम सलाहिन नाम मन, नाम रहन लेवलाए। उन्हां दा की उन्हां कोले दुआई है, वो नाम दे विच समा जांदे है। वो नाम गुरु नूं आपदे अंदर प्रगट कर लेंदे है। वो नाम का ही प्रचार करते हैं, नाम च ही जुड़े रहते हैं। तो आप प्यार ना कहते हैं कि नाम नाम सब कहत है, नाम ना पाया कोई, नाम ना पाया कोई, नाम की गत है न्यारी। कहन लगे नाम नाम तो असीं सारे कहने हैं पर बड़े थोड़े है। तो कबीर पलटू साहब कहते हैं, संत स्नेही नाम है, नाम स्नेही संत। संत नाम दे विचों आउंदे आ, नाम दा ही रूप हुंदे आ, नाम दा ही वो संदेश दिंदे है। तो गुरु अमरदेव जी महाराज कहने लगे कि उन्होंने नाम विच ही समा जाते हैं, नाम चो ही आए है, नाम नाल ही जुड़े है। वो गुरु और नाम नू अलग अलग नहीं समझते गे, वो इको ही पावर समझते है। समझते ही नहीं, उन्होंने अखां नाल देखी हुंदी है। इसे वास्ते गुरु नानक साहब कहते हैं कि तू कहना है पुस्तक देखी, हम कहते हैं आंखी देखी। मैं दसदा हुन्ना है कि आदमी ने भूगोलक विद्या पढ़ी है, वो हर शहर दे हर मुल्क दे नक्शे ते फौरन उंगली टिका देगा। एक आदमी ने सारे मुल्कां दी सैर की, अखां नाल देखिया है। उन्हां दे विचों आपां खुद सोच लो कि सच्चा कौन है, असली तजर्बा किहदा भाई, जिन्हें अखां नाल देखिया है। तो गुरु अमरदेव जी महाराज जो बयान करते हैं, ये अखां नाल देख के बयान करते हैं। इसे वास्ते संत महात्मा पिछले महात्मा की अगवाही के तौर पर बाणी पेश करते हैं कि बई सानू भुलड़ जीवां नू पता लगे कि आज जगात तो यही तरीका तुरया आया है। जिसने मुक्ति हासिल की, उन्हें गुरु के दर ते धौण चुकाई, उसने यही रास्ता नाम शब्द का अख्तियार किया है। क्योंकि ये जो रास्ता है सुरत शब्द का अभ्यास, ये किसी इंसान का बनाया नहीं, ईश्वर कृत है। ये उन्ना ही पुराना है जितना कि वो परमात्मा है। ये कुदरत के नियमां के मुताबिक है, ना असीं इसनूं घटा सकते हैं, ना वधा सकते हैं, ना कम ज्यादा कर सकते हैं जी। हर नाम सलाहिन नाम मन, नाम रहन लिवलाए। अनहद तूनी दर वाज दे, दर सच्चे शोभा पाए।
ਜਿਸ ਸ਼ਬਦ ਦੀ ਕੋਈ ਹੱਦ ਨਹੀਂ, ਜੋ ਸੱਚਖੰਡ ਤੋਂ ਉੱਠ ਕੇ ਸਾਡੇ ਮੱਥੇ ਪਿੱਛੇ ਤੁਨਕਾਰਾ ਦਿੰਦਾ ਹੈ, ਉਹਨਾਂ ਦੇ ਅੰਦਰ ਦਿਨ ਰਾਤ ਉਹ ਤੁਨਕਾਰਾਂ ਦੇ ਰਿਹਾ ਹੁੰਦਾ ਹੈ। ਉਹਨਾਂ ਨੂੰ ਕੋਈ ਕੰਨ ਬੰਦ ਕਰਨ ਦੀ ਲੋੜ ਨਹੀਂ। ਮੈਂ ਦੱਸਦਾ ਨਾ, ਕੰਨ ਤਾਂ ਅਸੀਂ ਸ਼ੁਰੂ ਦੇ ਵਿੱਚ ਸਾਨੂੰ ਬਾਹਰੋਂ ਆਵਾਜ਼ ਸੁਣਨ ਦੀ ਆਦਤ ਪਈ ਹੁੰਦੀ ਹੈ। ਜਦੋਂ ਸ਼ਬਦ ਨੂੰ ਅਸੀਂ ਪ੍ਰਗਟ ਕਰ ਲੈਂਦੇ ਹਾਂ, ਫਿਰ ਭਾਵੇਂ ਭੀੜ ਭੜਕਾ ਹੈ, ਕੁਛ ਹੀ ਹੈ, ਅਸੀਂ ਉਸ ਨੂੰ ਬੜੇ ਆਸਾਨੀ ਨਾਲ ਹੀ ਸੁਣਦੇ ਫਿਰਦੇ ਹਾਂ, ਮਸਤ ਰਹਿੰਦੇ ਹਾਂ। ਗੁਰੂ ਨਾਨਕ ਕਹਿੰਦੇ, ਮੁਖ ਦੀ ਬਾਤ ਸਗਲ ਸਿਉ ਕਰਦਾ, ਜੀ ਸਗ ਪ੍ਰਭ ਆਪਣੇ ਧਰਦਾ। ਗੁਰੂ ਨਾਨਕ ਕਹਿੰਦੇ ਹਰੇਕ ਨਾਲ ਬਾਤ ਵੀ ਕਰਦਾ ਹੈ, ਚੱਲਦਾ ਫਿਰਦਾ ਵੀ ਹੈ, ਪ੍ਰੇਮੀਆਂ ਦੇ ਉਹ ਸਵਾਲਾਂ ਦੇ ਜਵਾਬ ਵੀ ਦੇਈ ਜਾਂਦਾ ਹੈ, ਲੇਕਿਨ ਉਸ ਦਾ ਜਿਹੜਾ ਚਿੱਤ ਹੈ, ਦਿਲ ਹੈ, ਆਤਮਾ ਦੀ ਜੋ ਤਾਰ ਹੈ, ਉਹ ਸ਼ਬਦ ਦੇ ਨਾਲ ਜੁੜੀ ਹੋਈ ਹੈ। ਤੁਸੀਂ ਦੇਖ ਲਓ, ਕਦੇ ਆਪਾਂ ਹਲਟ ਚੱਲਦਾ ਦੇਖਿਆ ਹੈ? ਆਮ ਜ਼ਿਮੀਂਦਾਰ ਦੇਖਦੇ ਹੈ, ਹੋਰ ਵੀ ਆਮ ਰਸਤੇ ਜਾਂਦੇ ਸਾਰੇ ਦੇਖਦੇ ਰਹਿੰਦੇ ਹੈ। ਉਹਦੇ ਜਿਹੜੇ ਬੌਲਦ ਹੁੰਦੇ ਹੈ ਜਾਂ ਊਂਠ ਹੁੰਦਾ, ਉਹ ਕਿਸੇ ਹੋਰ ਪਾਸੇ ਚੱਲਦਾ ਉਹਦੇ ਉਦਾਲੇ, ਲੇਕਿਨ ਉਹ ਟਿੰਡਾਂ ਦਾ ਜਿਹੜਾ ਔਰ ਹਲਟ ਦਾ ਜੋ ਮਿਲਾਪ ਹੈ, ਉਹ ਵਿੱਚ ਧੁਰਾ ਜੁੜਿਆ ਹੁੰਦਾ ਹੈ। ਉਹ ਧੁਰੇ ਦੇ ਸਹਾਰੇ ਟਿੰਡਾਂ ਚੱਲਦੀਆਂ ਹੈ, ਉਹ ਅਲੱਗ ਹੈ। ਇਸੇ ਤਰ੍ਹਾਂ ਜਿਵੇਂ ਉਹ ਧੁਰਾ ਜੋੜਨ ਵਾਸਤੇ ਹੈ, ਤਾਂ ਉਹਨਾਂ ਦੀ ਜਿਹੜੀ ਆਤਮਾ ਦੀ ਤਾਰ ਹੈ, ਗੱਲਾਂ ਤਾਂ ਮੂੰਹ ਨਾਲ ਕਰਦੇ ਹੈ, ਤਾਂ ਆਤਮਾ ਦੀ ਤਾਰ ਉਸ ਸ਼ਬਦ ਦੇ ਨਾਲ ਜੁੜੀ ਹੋਈ ਹੈ ਜੀ। ਅਨਹਦ ਧੁਨੀਂਦਰ ਵਜਦੇ, ਦਰ ਸਚੈ ਸੋਭਾ ਪਾਏ। ਜਿਨੀ ਗੁਰਮੁਖ ਨਾਮ ਸਲਾਇਆ, ਤਿਨਾ ਸਭ ਕੋ ਕਹਿ ਸਾਬਾਸ। ਤਿਨ ਕੀ ਸੰਗਤ ਦੇ ਪ੍ਰਭ, ਮੈਂ ਜਾਚਕ ਕੀ ਅਰਦਾਸ। ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ, ਨਾਮ ਨਾਲ ਜੁੜ ਗਏ, ਨਾਮ ਰੂਪ ਹੋ ਗਏ, ਉਹਨਾਂ ਨੂੰ ਸਾਰੇ ਹੀ ਸ਼ਾਬਾਸ਼। ਉਹਨਾਂ ਨੂੰ ਕੀ, ਉਹਨਾਂ ਦੇ ਮਾਤਾ ਪਿਤਾ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ। ਤੁਸੀਂ ਦੇਖ ਲਓ, ਗੁਰੂ ਨਾਨਕ ਹੋਇਆਂ ਨੂੰ ਕਿੰਨਾ ਚਿਰ ਹੋ ਗਿਆ, ਆਪਾਂ ਕਿਸ ਤਰ੍ਹਾਂ ਉਹਨਾਂ ਦੇ ਮਾਤਾ ਪਿਤਾ ਦੀ ਦਿਲ ਵਿੱਚ ਇੱਜ਼ਤ ਰੱਖਦੇ ਹਾਂ। ਕਬੀਰ ਸਾਹਿਬ ਨੂੰ ਹੋਇਆਂ ਨੂੰ ਕਿਤਨਾ ਚਿਰ ਹੋ ਗਿਆ ਹੈ, ਕਿਸ ਤਰ੍ਹਾਂ ਉਹਨਾਂ ਦੇ ਮਾਤਾ ਪਿਤਾ ਨੂੰ ਆਪਾਂ ਦਿਲ ਵਿੱਚ ਯਾਦ ਕਰਦੇ ਹਾਂ। ਇਸੇ ਤਰ੍ਹਾਂ ਮਹਾਰਾਜ ਸਾਵਣ ਸਿੰਘ, ਬਹੁਤ ਸਾਰੇ ਪ੍ਰੇਮੀਆਂ ਨੇ ਦੇਖਿਆ ਨਹੀਂ, ਬਹੁਤ ਸਾਰੇ ਐਸੇ ਪ੍ਰੇਮੀ ਹੈ ਜਿਨ੍ਹਾਂ ਨੇ ਦੇਖਿਆ ਹੈ। ਉਹਨਾਂ ਦੇ ਮਾਤਾ ਪਿਤਾ ਨੂੰ ਆਪਾਂ ਕਿੰਨੇ ਪਿਆਰ ਨਾਲ ਯਾਦ ਕਰਦੇ ਹਾਂ। ਇਸੇ ਤਰ੍ਹਾਂ ਮਹਾਰਾਜ ਕਿਰਪਾਲ ਹੈ, ਕਿਸ ਤਰ੍ਹਾਂ ਆਪਾਂ ਉਹਨਾਂ ਦੇ ਭਜਨਾਂ ਦੇ ਵਿੱਚ ਉਹਨਾਂ ਦੇ ਮਾਤਾ ਜੀ ਦਾ ਨਾਮ, ਉਹਨਾਂ ਦੇ ਪਿਤਾ ਜੀ ਦਾ ਨਾਮ ਇਹ ਕਹਿੰਦੇ ਆ ਕਿ ਉਹਨਾਂ ਦੇ ਘਰੇ ਲਾਲ ਆਇਆ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਧੰਨ ਧੰਨ ਕੁਲ। ਉਹ ਕੁਲ ਨੂੰ ਆਪਾਂ ਮੁਬਾਰਕ ਕਹਿੰਦੇ, ਧੰਨ ਧੰਨ ਕੁਲ, ਧੰਨ ਧੰਨ ਜਨਨੀ ਜਿਨ ਗੁਰੂ ਜਣਿਆ ਮਾਏ, ਜਿਹਨੇ ਐਡੇ ਸੂਰਮੇ ਬੱਚੇ ਨੂੰ ਜਨਮ ਦਿੱਤਾ ਹੈ। ਧੰਨ ਧੰਨ ਸਤਿਗੁਰੂ ਜੀ ਨੇ ਨਾਮ ਬੋਰਾਦਿਆ, ਧੰਨ ਹੈ ਜਿਹਨੇ ਵਿਸ਼ੇ ਬਕਾਰਾਂ ਦੇ ਮਾਨ ਵਡੇ ਦੇ ਲੱਤ ਮਾਰ ਕੇ ਉਹ ਪਿਆਰਿਓ ਨਾਮ ਦੀ ਕਮਾਈ ਕੀਤੀ। ਆਪ ਤਰਿਆ ਜਿੰਨਾ ਡਿਠਾ ਤਿਨਾ ਲਏ ਛਡਾਏ, ਜਿਹਨੇ ਵੀ ਦੇਖਿਆ ਉਸ ਨੂੰ ਵੀ ਉਹ ਛਡਾ ਲੈਂਦਾ ਹੈ, ਉਸ ਦੀ ਵੀ ਹਾਮੀ ਭਰ ਦਿੰਦਾ ਹੈ। ਅਨੇਕਾਂ ਵਾਕੇ ਮੈਂ ਆਪਦੇ ਸਤਿਗੁਰੂ ਦੇ ਐਸੇ ਦੇਖੇ ਹੈ ਕਿ ਕਿਸ ਤਰ੍ਹਾਂ ਕਾਰ ਤੇ ਦਰਸ਼ਨ ਵੀ ਹੋਏ, ਉਹਦੀ ਵੀ ਸੰਭਾਲ ਕੀਤੀ। ਤੁਸੀਂ ਕਈ ਵਾਰੀ ਸਤਸੰਗ ਦੇ ਵਿੱਚ ਭਾਈ ਹਰਨਾਮ ਸਿੰਘ ਦੀ ਕਹਾਣੀ ਸੁਣੀ ਹੈ ਕਿ ਕਿਸ ਤਰ੍ਹਾਂ ਹਬੋਰ ਦੇ ਵਿੱਚ ਉਹਨੂੰ ਦਰਸ਼ਨ ਹੋਏ। ਹਾਲਾਂਕਿ ਕਾਰ ਕਿੰਨੀ ਤੇਜ਼ ਜਾਂਦੀ ਹੈ, ਫਿਰ ਉਹ ਸ਼ਰਾਬ ਮੀਟ ਯੂਜ ਵੀ ਕਰਦਾ ਸੀਗਾ, ਬਲਕਿ ਵੇਚਦਾ ਵੀ ਸੀਗਾ। ਪਰ ਐਸੇ ਦਰਸ਼ਨਾਂ ਦੀ ਖਿੱਚ ਹੋਈ, ਉਹ ਸਾਰਾ ਕੁਝ ਹੀ ਛੱਡ ਗਿਆ। ਜਿਵੇਂ ਮੈਂ ਕੱਲ ਕਿਹਾ ਸੀਗਾ ਕਿ ਅਸੀਂ ਲਕੀਰ ਟੱਪ ਕੇ ਔਖੇ ਹੁੰਦੇ ਹਾਂ, ਉਹਨੂੰ ਤਾਂ ਕੋਈ ਉਪਦੇਸ਼ ਹੀ ਵੀ ਨਹੀਂ ਦਿੱਤਾ ਸੀ ਕਿਸੇ ਨੇ, ਤੋ ਛੱਡ ਗਿਆ। ਮੇਰੇ ਕੋਲ ਜਦ ਉਹਨੇ ਸਿਫਤ ਕੀਤੀ
तो उसने मेरे खेत में झोला छड्डिया, दसिया कि अज मैनू सांभण वाला आ गया, जहाज लेके आया। ये उसे दी भविष्यवाणी सी कि अज तो साल बाद वो तेरे पास आएगा। सो इस वास्ते असीं कहने जिन्ना डिठा तिन्ना ले छडाए, दुनिया पलट जाए। गुरु नानक दी बाणी दे जो लफ्ज है वो पलटदे नहीं, झूठे नहीं। संतां दी जो बाणी है वो सच लिखी हुंदी है। गुरु नानक कहते हैं नानक दास मुख ते जो बोला इहा उहा सच होवे। तो इस वास्ते आप प्यार ना कहते हैं तिन की संगत दे प्रभ चकी। आप बेनती करते हैं गुरु अमरदेव जी महाराज कि जिन्हां ने इस तरह नाम की कमाई की, नाम रूप हो गए, मैनू उन्हां दी संगत बख्श, जिन्हां च ये ताकत है कि उन्हां नू देखण नाल ही असीं जमा तो बच जाने हैं। क्योंकि संगत का बड़ा महात्म है, उन्हां दी संगत करांगे। गुरु नानक ने कहा सीगा सच्ची बैसक तिन्हां संग, जिन संग जपिया नाओ, ते संग संग ना कीजी, नानक जिन्ना अपना सुआओ। किहदी संगत करनी है बई, किहदी संगत पवित्र है जिहड़ी घड़ी दो घड़ी करते हैं, जिन्हां ने नाम की कमाई की है। तो आप बेनती करते हैं परमात्मा दे अगे कि सन उन्हां दी संगत दे, ताकि असीं उन्हां दा जिहड़ा स्वरूप है वो अखां दे विच वसा लईए। महाराज जी किस तरह एक भागवत की कथा सुणाउंदे हुंदे सीगे कि एक दिन नारद भगवान दे पास उन्हां दे धाम विच गया, वो मिले ना। स्वर्गां च गया वो ना मिले, बकुंठां च गया वो ना मिले। अखीर वो जिथे सत्संग कोई महात्मा करदा सी उत्थे चले गए। वो बड़ा गुस्से होकर कहन लग्या महाराज जी ना तुसी घर ना काट, मैं सारे जगह देख आया ते तुसी इत्थे संगत दे विच बैठे हो। इन्हां लोकां दी तां अखां बंद है, किस तरह मस्त होए बैठे है। कोई तेरा इत्थे आदर ही नहीं करता। क्योंकि सानू जीवां नू की पता हुंदा है कि आदर की चीज है। सच्चा आदर किसी नू आपदे अंदर बिठा लेना, अंदर जगह देती, वो सच्चा आदर है। वो कहने लगा देख स्वर्गां दे विच भोग है, उथे ईर्ष्या है, मैं उथे किवें रहिंदा बई। योगियां दे हिरदे च मैं इस तरह नहीं जाता, उन्होंने योग का हंकार है कि असी इतने लम्मे लम्मे योग किए हैं, तो मैनू हंकारियां दे विच मैं किवें बैठ सकता है। उन्होंने मेरे वास्ते जगह नहीं बनाई। ये साधु ने साधना करके मेरे वास्ते जगह बनाई है। देख ये जिहड़े आसे पासे बैठे है वो किस तरह समाधियां विच लगन नूं तैयार बैठे है, किस तरह वो करना रस दे विच आए बैठे है। तू देख इत्थे मेरी जगह है, मैनू लभना होवे नारद, परेशान होने की लोड़ नहीं, किसी महात्मा की संगत जा। गुरु अर्जन देव जी महाराज भी कहते हैं प्रभ जी वसे साध की रसना, वो उन्हां दी रसना ते बसदा है। अमृत भिन्नी दिउरी अमृत बुरखे राम राजे। जद गुरु नानक देव जी अंदर मरदाने भी एक दिन मंडल विच लै गए, उत्थे बड़े झरने आ रहे सीगे आबा हयात दे। वो कहंदा जी ये झरने किधर जाते हैं, बड़े तेज है, तो जन्म साखी पढ़ के देख सकते हो। वो कहन लगा देख बई जेड़े नाम रसीए संत मातलोक दे विच है, उन्हां दी मैं जवान ते जाके ये रस जेड़े झरने गिरदे है वो अगे संगत नूं वरताउंदे है। तो गुरु अमरदेव जी रामदास जी महाराज कहते हैं गुर सतगुर भिन्नी देवरी, वो बड़ी मिठी अमर दी देवरी है, गागर है। अमृत बुरखे राम राजे, ਉਹਦੇ ਵਿੱਚ शांति है। अमृत बचन संत बोल दे सुन मने पिलावो। की करो बई जदों ਉਹ अमृत ਦੇ ਭਰੇ ਸਾਡੇ ਹਿੱਤ ਦੀ ਬਾਤ ਕਰਦੇ ਹੈ, ਤੁਸੀਂ ਇਉਂ ਨਾ ਕਰੋ ਕਦੇ ਘਰੇ ਜਾ ਵੜੇ
ਕਦੇ ਦੁਕਾਨ ਤੇ ਜਾ ਵੜੇ, ਕਦੇ ਦਫ਼ਤਰ 'ਚ ਜਾ ਵੜੇ, ਇਉਂ ਨਾ ਕਰੋ। ਤੁਸੀਂ ਮਨ ਨੂੰ ਇਕਾਗਰ ਕਰ ਲਓ, ਮਨ ਨੂੰ ਪਲਾਉਣੇ ਸ਼ੁਰੂ ਕਰੋ, ਇੱਕ ਇੱਕ ਲਫ਼ਜ਼ ਨੂੰ ਆਪਣੇ ਤੇ ਘਟਾਓ। ਸੁਣ ਮਨੇ ਪਲਾਵੋ ਊਆ ਰਸ ਮੇ ਸ਼ਾਂਤ ਹੈ, ਉਹ ਰਸ ਦੇ ਵਿੱਚ ਤੁਸੀਂ ਦੇਖੋ ਇਸ ਤਰੀਕੇ ਨਾਲ ਸੁਣ ਕੇ ਸ਼ਾਂਤੀ ਹੈ। ਵਿਖੇ ਜਲਨ ਬੁਝਾਵੋ, ਤੁਸੀਂ ਦੇਖ ਲਓ ਇਹਦੇ ਵਿੱਚ ਸ਼ਾਂਤੀ ਹੈ। ਤੁਹਾਡੇ ਅੰਦਰ ਜਿਹੜੇ ਵਿਸ਼ੇ ਵਿਕਾਰ ਹੈ, ਗੁਰੂ ਨਾਨਕ ਕਹਿੰਦੇ ਪਰਲਾ ਕੇ ਉੱਡ ਜਾਣਗੇ। ਹੁਣ ਕੀ ਹੈ, ਸਤਸੰਗ ਸੁਣਦੇ ਆ, ਕਦੇ ਕਿਧਰੇ ਜਾਂਦੇ ਆ, ਕਦੇ ਕਿਧਰੇ ਜਾਂਦੇ ਹੈ। ਨਹੀਂ ਤਾਂ ਪਿਆਰਿਓ ਮੋਟੇ ਮੋਟੇ ਥੋੜੇ ਜਿਹੇ ਐਬ ਹੈ, ਇੱਕ ਸਤਸੰਗ ਦੇ ਵਿੱਚ ਠੋਕਰ ਲੱਗੀ, ਉਹ ਛੱਡ ਜਾਂਦੇ ਆ, ਦੂਸਰੇ 'ਚ ਹੋਰ ਲੱਗ ਗਈ, ਉਹ ਛੱਡ ਜਾਂਦੇ ਆ। ਹਾਂ ਬਈ। ਤਿਨ ਕੀ ਸੰਗਤ ਦੇ ਪ੍ਰਭ, ਮੈਂ ਜਾਚਕ ਕੀ ਅਰਦਾਸ। ਮੈਂ ਮੰਗਤਾ ਹੈ ਮੈਨੂੰ ਇਹਨਾਂ ਮਾਲਕ ਦੇ ਪਿਆਰਿਆਂ ਦੀ ਸੰਗਤ ਦੇ, ਸੋਬਤ ਦੇ ਜੀ। ਤਿਨ ਕੀ ਸੰਗਤ ਦੇ ਪ੍ਰਭ, ਮੈਂ ਜਾਚਕ ਕੀ ਅਰਦਾਸ। ਨਾਨਕ ਭਾਗ ਵਡੇ ਤਿਨਾ ਗੁਰਮੁਖਾਂ, ਜਿਨ ਅੰਤਰ ਨਾਮ ਪਰਗਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਦੇ ਬੜੇ ਉੱਚੇ ਭਾਗ ਹੈ ਜਿਨ੍ਹਾਂ ਦੇ ਅੰਦਰ ਨਾਮ ਪ੍ਰਕਾਸ਼ ਹੈ। ਸੋ ਸਾਨੂੰ ਵੀ ਚਾਹੀਦਾ ਹੈ ਅਸੀਂ ਵੀ ਜੋ ਕੁਛ ਗੁਰੂ ਅਮਰਦੇਵ ਜੀ ਮਹਾਰਾਜ ਨੇ, ਰਾਮਦਾਸ ਜੀ ਮਹਾਰਾਜ ਨੇ ਪਿਆਰ ਨਾਲ ਸਮਝਾਇਆ ਹੈ, ਉਸ ਤੇ ਅਮਲ ਕਰੀਏ। ਜੋ ਇਨਸਾਨ ਦਾ ਜਾਮਾ ਸਾਨੂੰ ਮਿਲਿਆ ਹੈ, ਉਮਰ ਮਿਲੀ ਹੈ, ਸਿਹਤ ਮਿਲੀ ਹੈ, ਇਹਦੇ ਵਿੱਚ ਅਸੀਂ ਸ਼ਬਦ ਨਾਮ ਦੀ ਕਮਾਈ ਕਰੀਏ। ਪਤਾ ਨਹੀਂ ਕਿਹੜੇ ਵੇਲੇ ਸਿਹਤ ਬਿਮਾਰੀ ਨੇ ਵਿਗਾੜ ਦੇਣੀ ਹੈ, ਕਿਹੜੇ ਵੇਲੇ ਆ ਕੇ ਮੌਤ ਦੀ ਘੰਟੀ ਵੱਜ ਜਾਣੀ ਹੈ। ਜੋ ਵਕਤ ਮਿਲਿਆ ਹੈ ਪਿਆਰਿਓ, ਕਬੀਰ ਸਾਹਿਬ ਕਹਿੰਦੇ ਹੈ, ਅੱਜ ਦਾ ਕੰਮ ਕੱਲ੍ਹ ਤੇ ਨਾ ਛੱਡੋ। ਇਹ ਨਾ ਕਹੋ ਕਿ ਦਿਨੇ ਭਜਨ ਕਰ ਲਾਂਗੇ, ਕੱਲ੍ਹ ਵਾਲਾ ਪਰਸੋਂ ਤੋਂ ਨਾ ਛੱਡੋ। ਕੀ ਪਤਾ ਹੈ ਮਾਲਕ ਨੂੰ ਕਿਹੜੀ ਪਲੈਨਿੰਗ ਮਨਜ਼ੂਰ ਹੈ। ਗੁਰੂ ਸਾਹਿਬ ਕਹਿੰਦੇ ਹੈ, ਮਤਾ ਕਰੇ ਪੱਛਮ ਦੇ ਤਾਈ, ਪੂਰਬੀ ਹੀ ਲੈ ਜਾਤ। ਅਸੀਂ ਕਿਸੇ ਹੋਰ ਪਾਸੇ ਤਿਆਰੀ ਕਰਦੇ ਹਾਂ, ਉਹ ਕਿਸੇ ਹੋਰ ਪਾਸੇ ਲੈ ਜਾਂਦਾ ਹੈ। ਫਿਰ ਕਹਿੰਦੇ ਹੈ, ਕੱਲ ਕਰਨ ਤਾਂ ਅਬ ਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਵੀ, ਜੇ ਸਿਰ ਪਰ ਆਇਓ ਕਾਲ। ਹੁਣ ਅਸੀਂ ਕੀ ਕਰਦੇ ਹਾਂ, ਤੜਕੇ ਅਭਿਆਸ ਨੂੰ ਉੱਠਦੇ ਹਾਂ। ਹੁਣ ਮਨ ਹੈ ਉਹ ਬੜਾ ਚਲਾਕ ਹੈ, ਉਹ ਕਹਿੰਦਾ ਥੋੜਾ ਜਿਹਾ ਸੌਂ ਲੈ, ਬਸ ਉਦੋਂ ਹੀ ਨੀਂਦ ਆ ਜਾਂਦੀ ਹੈ, ਦਿਨ ਚੜ੍ਹ ਜਾਂਦਾ ਹੈ। ਜਾਂ ਕਹਿੰਦੇ ਦਿਨੇ ਆਪਾਂ ਕੀ ਕਰਨਾ ਹੈ, ਉਹ ਦਿਨ ਤੇ ਕੰਮ ਪਾਇਆ, ਦਿਨੇ ਅਸੀਂ ਕਾਰੋਬਾਰਾਂ 'ਚ ਆ ਜਾਂਦੇ ਹਾਂ। ਜਾਂ ਕਾਲ ਐਸਾ ਵੀ ਢੋ ਜੋੜ ਦਿੰਦਾ ਹੈ ਕਿ ਉਸ ਦਿਨ ਜਿਹਦੇ ਦਿਨ ਤੇ ਕੰਮ ਛੱਡਿਆ ਹੁੰਦਾ ਭਜਨ ਦਾ, ਉਹਦੇ ਯਾਰ ਬੇਲੀ ਜ਼ਿਆਦਾ ਭੇਜ ਦਿੰਦਾ ਹੈ ਕਿ ਇਹ ਭਜਨ ਨਾ ਕਰੇ, ਕਿਉਂਕਿ ਉਹਦੀ ਡਿਊਟੀ ਹੈ, ਉਹ ਆਪਦੀ ਡਿਊਟੀ ਵਜਾਉਂਦਾ ਹੈ। ਸੋ ਇਸ ਵਾਸਤੇ ਪਿਆਰਿਓ, ਤੁਸੀਂ ਜੋ ਸਮਾਂ ਮਿਲਿਆ ਹੈ, ਇਸ ਤੋਂ ਪੂਰੀ ਇਹਦੀ ਕਦਰ ਕਰੋ, ਸ਼ਬਦ ਨਾਮ ਦੀ ਕਮਾਈ ਕਰੋ। ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਆ ਕੇ ਸਾਡੇ ਤੇ ਰਹਿਮ ਕੀਤਾ ਹੈ, ਨਾਮ ਦਿੱਤਾ ਹੈ, ਹੁਣ ਸਾਡੇ ਤੇ ਜਿਹੜੀ ਡਿਊਟੀ ਹੈ, ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ ਵੀ ਕੁਝ ਸੇਵਕ ਦੀਆਂ ਵੀ ਜ਼ਿੰਮੇਵਾਰੀਆਂ ਹੁੰਦੀਆਂ ਹਨ। ਤੋ ਗੁਰੂ ਉਹ ਕਹਿੰਦੇ ਹੁੰਦੇ ਸੀ ਆਪਦੀ ਜ਼ਿੰਮੇਵਾਰੀ ਤੋਂ ਕਦੇ ਪਿਛਾਂਹ ਨਹੀਂ ਹਟਦਾਗਾ, ਉਹ ਭੁੱਲ ਤਾਕਤ ਹੁੰਦੀ ਹੈ। ਤੋ ਸੇਵਕ ਦਾ ਵੀ ਧਰਮ ਹੈ ਕਿ ਜਿਹੜਾ ਕੰਮ ਇਹਦੇ ਜ਼ਿੰਮੇ ਲਾਇਆ ਉਹਨੂੰ ਇਮਾਨਦਾਰੀ ਨਾਲ ਡਿਊਟੀ ਸਮਝ ਕੇ ਕਰੇ।